ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫੇਰ ਪੰਜਾਬੀ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਕੁਲਵੰਤ ਸਿੰਘ ਗਿੱਲ। ਸਭ ਤੋਂ ਪਹਿਲਾਂ ਚੱਲਦੇ ਆ ਤਰਨਤਾਰਨ ਵੱਲ। ਤਰਨਤਾਰਨ ਵਿੱਚ ਕੀ ਹੋਇਆ? ਤਰਨਤਾਰਨ ਸ਼ਹਿਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਆਂਤਰਿਕ ਕਮੇਟੀ ਮੈਂਬਰ ਹਰਭਜਨ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਅਹਿਮ ਮੀਟਿੰਗ ਬੁਲਾਈ ਗਈ। ਉਹਨਾਂ ਕਿਹਾ ਕਿ ਸਰਕਾਰਾਂ ਨੇ ਹਮੇਸ਼ਾ ਮੌਕੇ ਦੀ ਸਰਕਾਰਾਂ ਨੇ ਪੰਜਾਬ ਵਾਸੀਆਂ ਨਾਲ ਧੋਖਾ ਹੀ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜੋ ਫੈਸਲਾ ਕੀਤਾ ਜਾਂਦਾ ਹੈ ਉਹ ਦਿੱਲੀ ਤੋਂ ਪਾਸ ਹੋ ਕੇ ਆਉਂਦਾ ਹੈ, ਜਿਹੜਾ ਕਿ ਪੰਜਾਬ ਦੇ ਲੋਕਾਂ ਲਈ ਘਾਤਕ ਹੈ। ਪਰ ਅਸਲ ਵਿੱਚ ਉਹਨਾਂ ਦੇ ਕੰਮ ਜਿਹੜੇ ਉਹ ਘੱਟ ਗਿਣਤੀਆਂ ਦੇ ਖਿਲਾਫ ਆ, ਦਲਿਤਾਂ ਦੇ ਖਿਲਾਫ ਆ, ਔਰਤਾਂ ਦੇ ਖਿਲਾਫ ਆ, ਹਰ ਮਿਹਨਤੀ ਵਰਗ ਦੇ ਖਿਲਾਫ। ਕਿਸਾਨਾਂ ਨੇ ਇੰਨੀ ਵੱਡੀ ਐਜੀਟੇਸ਼ਨ ਉਹਨਾਂ ਦੇ ਖਿਲਾਫ ਲੜੀ ਆ, ਮਜ਼ਦੂਰਾਂ ਨੂੰ ਲੜਨੀ ਪੈ ਰਹੀ ਆ, ਨੌਜਵਾਨਾਂ ਨੂੰ ਲੜਨੀ ਪੈ ਰਹੀ ਆ, ਉਹ ਲੜਾਈ ਜਾਰੀ ਆ। ਔਰ ਉਹਨਾਂ ਦਾ ਜਿਹੜਾ ਫਿਰਕਾ ਪ੍ਰਸਤੀ ਵਾਲਾ ਇੱਕ ਬੜਾ ਫਾਸ਼ੀ ਕਿਸਮ ਦਾ ਜਿਹੜਾ ਰਵੱਈਆ ਉਹ ਪਹਿਲੀਆਂ ਸਾਰੀਆਂ ਸਰਕਾਰਾਂ ਨਾਲੋਂ ਜ਼ਿਆਦਾ ਖਤਰਨਾਕ ਆ। ਅਤੇ ਉਹ ਇਹਦੇ ਵਿਰੁੱਧ ਲੜਾਈ ਦੇਣੀ ਅਸੀਂ ਸਾਰਿਆਂ ਨਾਲੋਂ ਵੱਡਾ ਫਰਜ਼ ਸਮਝਦੇ ਹਾਂ, ਲੋਕਾਂ ਦੀਆਂ ਮੰਗਾਂ ਦੇ ਵੀ ਅਤੇ ਨਾਲ ਇਹਨਾਂ ਦੀ ਇਸ ਫਿਰਕਾ ਪ੍ਰਸਤ ਨੀਤੀ ਦੇ ਖਿਲਾਫ। ਕਿਉਂਕਿ ਦੇਸ਼ ਸਾਰਿਆਂ ਦਾ ਸਾਂਝਾ ਰਹੇ ਤਾਂ ਹੀ ਇਹ ਰਹੇਗਾ ਇਕੱਠਾ, ਨਹੀਂ ਤਾਂ ਰਹਿ ਨਹੀਂ ਸਕਦਾ। ਪੰਜਾਬ ਦੀ ਸਰਕਾਰ ਦਾ ਜਿੱਥੋਂ ਸਵਾਲ ਆ, ਇਹ ਸਾਡੇ ਦਾ ਜਿਹੜਾ ਤਜਰਬਾ ਹੋਇਆ ਉਹ ਜਿਹੜੀ ਸਾਡੀ ਪਹਿਲੋਂ ਸਾਨੂੰ ਮਤਲਬ ਇੱਕ ਸਮਝ ਬਣਦੀ ਸੀ ਕਿ ਇਹ ਜਿਹੜੀ ਆਪ ਸਰਕਾਰ ਆ ਜਾਂ ਕੇਜਰੀਵਾਲ ਦੀ ਜਿਹੜੀ ਨੀਤੀ ਆ ਉਹ ਬੀਜੇਪੀ ਵਾਲੀ ਆ, ਅਤੇ ਹੁਣ ਬੀਜੇਪੀ ਦੀ ਬੀ ਟੀਮ ਤਜਰਬੇ 'ਚ ਸਾਬਤ ਹੋਈ ਹੈ। ਤਰਨਤਾਰਨ ਆਂਗਣਵਾੜੀ ਮੁਲਾਜ਼ਮ ਸੀਟੂ ਜ਼ਿਲ੍ਹਾ ਪ੍ਰਧਾਨ ਅਨੂਪ ਕੌਰ ਅਤੇ ਬੇਅੰਤ ਕੌਰ ਦੇ ਟੋਟੀਆਂ ਦੀ ਅਗਵਾਈ ਹੇਠ ਪ੍ਰੋਗਰਾਮ ਅਫਸਰ ਵਿੱਚ ਬਦਲੀਆਂ ਨੂੰ ਲੈ ਕੇ ਤਰਨਤਾਰਨ ਜ਼ਿਲ੍ਹਾ ਅੰਦਰ ਕੋਈ ਰਿਸ਼ਵਤ ਤੋਂ ਬਿਨਾਂ ਕੰਮ ਨਹੀਂ ਕਰ ਰਿਹਾ। ਦੂਜੇ ਪਾਸੇ ਇਸ ਸੰਬੰਧਿਤ ਮਹਿਕਮੇ ਨੇ ਇਸ ਨੂੰ ਬਿਲਕੁਲ ਝੂਠ ਦੱਸਿਆ। ਉਹਨਾਂ ਕਿਹਾ ਕਿ ਕੰਮ ਨਿਰਸਵਾਰਥ ਹੋ ਰਹੇ ਹਨ ਅਤੇ ਕੋਈ ਵੀ ਰਿਸ਼ਵਤ ਨਹੀਂ ਚੱਲਦੀ। ਜਿੰਨਾ ਕਿ ਮੇਰੀ ਨੌਲੇਜ ਦੇ ਵਿੱਚ ਹੈ, ਮੈਂ ਉਹ ਜ਼ਰੂਰ ਭਗਵੰਤ ਮਾਨ ਸੀਐਮ ਭਗਵੰਤ ਮਾਨ ਜੀ ਤੱਕ ਗੱਲ ਪਹੁੰਚਾਉਣਾ ਚਾਹੁੰਦੀ ਹਾਂ। ਵੇਖੋ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਅਸੀਂ ਬਹੁਤ ਗਰੀਬ ਪਰਿਵਾਰ ਦੇ ਵਿੱਚੋਂ ਆਂਗਣਵਾੜੀ ਵਰਕਰ ਤੇ ਹੈਲਪਰ ਹਾਂ। ਅਸੀਂ ਆਖਿਆ ਸੀ ਆਪ ਪਾਰਟੀ ਆਵੇਗੀ ਤੇ ਸਾਡਾ ਸ਼ਾਇਦ ਸੁਣਵਾਈ ਹੋਵੇਗੀ, ਪਰ ਮੈਂ ਨਹੀਂ ਆ। ਸਾਡੀ ਆਪ ਪਾਰਟੀ ਵੀ ਆ ਗਈ, ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਅਸੀਂ ਭਗਵੰਤ ਮਾਨ ਸੀਐਮ ਨੂੰ ਕਹਿੰਦੇ ਆ ਵੀ ਸਾਡੀ ਸੁਣਵਾਈ ਕੀਤੀ ਜਾਵੇ। ਜਿੱਥੇ ਜਿੱਥੇ ਪੋਸਟਾਂ ਵਿਹਲੀਆਂ ਪਈਆਂ, ਜਿਨ੍ਹਾਂ ਨੂੰ 30 35 ਕਿਲੋਮੀਟਰ ਦੂਰ ਚੱਲ ਕੇ ਆਂਗਣਵਾੜੀ ਦੀ ਵਰਕਰ ਦੀ ਨੌਕਰੀ ਕਰਨੀ ਪੈਂਦੀ ਹੈ, ਉਹਨਾਂ ਨੂੰ ਜਿੱਥੇ ਜਿੱਥੇ ਵੀ ਸੀਟਾਂ ਵਿਹਲੀਆਂ ਉਹਨਾਂ ਦੇ ਲਾਗੇ ਵਾਲੀਆਂ ਉੱਥੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾਣ। ਜਿੱਥੇ ਜਿੱਥੇ ਰਹਿਸ਼ ਆ ਉਹਨਾਂ ਦੀ ਰਹਿਸ਼ ਦੇ ਪ੍ਰੂਫ ਲੱਗੇ ਹੋਏ ਆ। ਇਹ CDPO ਦਫ਼ਤਰ ਵਾਲੇ ਉਹਨਾਂ ਦੀਆਂ ਫਾਈਲਾਂ ਵੀ ਨਹੀਂ ਫੜ ਰਹੇ, ਤੇ ਨਾ ਕੋਈ ਡੈਰੀ ਨੰਬਰ ਤੇ ਨਾ ਕੁਛ ਹੋਰ। ਅਸੀਂ ਭਗਵੰਤ ਮਾਨ ਜੀ ਨੂੰ ਇਹ ਅਰਜ਼ ਕਰਦੇ ਆ ਵੀ ਸਾਡੀਆਂ ਜਿਹੜੀਆਂ ਫਾਈਲਾਂ ਕੁੜੀਆਂ ਦੇਣ ਆਈਆਂ ਇਹ CDPO ਦਫ਼ਤਰ ਦੇ ਵਿੱਚ ਵਿਦ ਉਹਨਾਂ ਦੇ ਪ੍ਰੂਫ ਸਾਰਾ ਕੁਝ ਲੱਗਾ ਹੋਇਆ, ਉਹਨਾਂ ਨੂੰ ਡੈਰੀ ਨੰਬਰ ਦਿੱਤਾ ਜਾਵੇ। ਜਿੱਥੇ ਜਿੱਥੇ ਪੋਸਟਾਂ ਵਿਹਲੀਆਂ ਪਈਆਂ ਉੱਥੇ ਉੱਥੇ ਉਹਨਾਂ ਨੂੰ ਸੈੱਟ ਕੀਤਾ ਜਾਵੇ। ਤੁਹਾਡਾ ਕਹਿਣਾ ਪੈਸੇ ਦੀ ਮੰਗ ਕਰ ਰਿਹਾ, ਕੋਈ ਕੌਣ ਪੈਸੇ ਦੀ ਮੰਗ ਕਰ ਰਿਹਾ? ਪੈਸੇ ਦੀ ਮੰਗ ਤਾਂ ਤੁਸੀਂ ਪੁੱਛੋ ਹੀ ਕੁਝ ਨਾ, ਵੀ ਇਹ ਤਾਂ ਆਂਦੇ ਹੁੰਦੇ ਸਾਰਾ ਤਾਣਾ ਹੀ ਉਲਝਿਆ ਪਿਆ ਪੈਸਿਆਂ ਵਾਲਾ। ਸਾਡਾ ਜਿਹੜਾ ਤਰਨਤਾਰਨ ਜ਼ਿਲ੍ਹਾ ਨਾ, ਇੱਕ ਵੀ ਕੰਮ ਨਹੀਂ ਹੋ ਰਿਹਾ ਸਾਰੇ ਪੈਸੇ ਤੋਂ ਬਿਨਾਂ। ਜਿਹੜੇ ਗਰੀਬ ਲੋਕ ਆ, ਜਿਹੜੇ ਸਾਡੇ ਆਂਗਣਵਾੜੀ ਵਰਕਰ ਤੇ ਹੈਲਪਰ ਹਨ, ਅਸੀਂ ਸਾਰੇ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਆ। ਗਰੀਬ ਹੈਗੇ ਆ ਤਾਂ ਇੰਨੀ ਕੁ ਤਨਖਾਹ ਦੇ ਉੱਤੇ ਗੁਜ਼ਾਰਾ ਕਰਦੇ ਆ। ਇੰਨੀ ਕੁ ਤਨਖਾਹ ਤਾਂ ਇਹਨਾਂ ਦੇ ਜਿਹੜੇ ਮੰਤਰੀਆਂ ਦੇ ਕੁੱਤੇ ਆ ਨਾ, ਉਹਨਾਂ ਨੂੰ ਵੀ ਮਤਲਬ ਜ਼ਿਆਦਾ ਖਰਚਾ ਉਹਨਾਂ ਦਾ ਵੀ। ਬੀਤੇ ਦਿਨੀ ਬਾਘਾ ਪੁਰਾਣਾ ਦੇ ਵਿੱਚ ਤਹਿਸੀਲ ਮੋਗਾ ਦੇ ਵਿੱਚ ਇਹ ਘਟਨਾ ਹੈ, ਜਿਸ ਵਿੱਚ ਨਸ਼ੇੜੀ ਵੱਲੋਂ ਜਿਹੜਾ ਕਿ ਬੈਟਰੀ ਚੋਰੀ ਕਰਕੇ ਵੇਚਣ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ, ਅਤੇ ਮੰਡੀ ਵਿੱਚ ਉਕਤ ਦੋਸ਼ੀ ਨੂੰ ਜਦੋਂ ਫੜਿਆ ਗਿਆ ਤਾਂ ਉਸ ਨੂੰ ਉੱਥੇ ਬੰਨ੍ਹ ਦਿੱਤਾ ਗਿਆ। ਉਸ ਤੋਂ ਬਾਅਦ ਦੋਸ਼ੀ ਦੀ ਮਾਂ ਉੱਥੇ ਪਹੁੰਚੀ ਤਾਂ ਉਸਨੇ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਲਾਹਨਤਾਂ ਪਾਈਆਂ, ਪਰ ਉਸਨੇ ਆਪਣੇ ਹੀ ਬੇਟੇ ਦੀ ਕੁੱਟਮਾਰ ਕੀਤੀ। ਅਮਰਜੀਤ ਸਿੰਘ ਪੰਮਾ। ਭਾਈ ਜੀ, ਤੁਸੀਂ ਥਾਣੇ ਦੇ ਵਿੱਚ ਇਕੱਠੇ ਹੋ, ਇੱਕ ਲੜਕੇ ਨੂੰ ਜਿਹੜਾ ਹੈਗਾ ਲੈ ਕੇ ਆਏ ਹੋ, ਤੁਸੀਂ ਫੜ ਕੇ ਕੀ ਰੌਲਾ ਹੈਗਾ ਸਾਰਾ? ਯਾਰ ਸਾਡੀਆਂ ਰੋਜ਼ਾਨਾ ਹੀ ਬੈਟਰੀਆਂ ਲੈਂਦੀਆਂ। ਮੈਂ ਆਪਦੀ ਗੱਡੀ ਹਲੇ ਖੜਾ ਕੇ ਹੀ ਘਰੇ ਗਿਆ। ਥੋੜ੍ਹੀ ਦੇਰ ਬਾਅਦ ਮੈਨੂੰ ਸਾਡੇ ਭਾਈ ਸਾਹਿਬ ਨੇ ਫੋਨ ਕਰਤਾ ਵੀ ਤੇਰੀਆਂ ਬੈਟਰੀਆਂ ਕਿੱਥੇ? ਮੈਂ ਕਿਹਾ ਯਾਰ ਮੈਂ ਨਵੀਆਂ ਤਾਂ ਹੁਣ ਰਖਾ ਕੇ ਗਿਆ। ਉਹ ਕਹਿੰਦੇ ਆ ਕੇ ਦੇਖ ਲਾ। ਮੈਂ ਆ ਕੇ ਦੇਖਿਆ ਬੈਟਰੀਆਂ ਹੈ ਨਹੀਂ। ਸਾਡੇ ਅਨੇਕਾਂ ਹੀ ਬੈਟਰੀਆਂ ਪਤਾ ਨਹੀਂ ਕਿੰਨੀਆਂ ਅਣਗਿਣਤ ਸਾਡੀਆਂ ਲਾ ਕੇ ਲੈ ਗਏ ਆ। ਅਸੀਂ ਮੌਕੇ 'ਤੇ ਅੱਜ ਆ ਹੈਪੀ ਨਾਂ ਦਾ ਬੰਦਾ, ਇਹਦੀ ਬੈਟਰੀ ਅੱਜ ਲਾਈ ਜਾਂਦੀ, ਇੱਕ ਉਹਨੇ ਲਾ ਲਈ, ਦੂਜੀ ਨੂੰ ਲੱਗਿਆ ਪਿਆ ਸੀਗਾ। ਉਹ ਇਹ ਘੋੜੇ ਟਰਾਲੇ ਦੀਆਂ ਬੈਟਰੀਆਂ ਜੀ, ਠੀਕ ਹੈ ਜੀ। ਸਾਨੂੰ ਇਹ ਬੈਟਰੀਆਂ ਜਾਣੀ ਕਿ ਇੱਕ ਵਾਰੀ ਰੱਖਣ 30,000 ਰੁਪਏ ਦਾ ਨੁਕਸਾਨ ਸਾਡਾ ਹੋ ਜਾਂਦਾ ਇੱਕ ਵਾਰੀ 'ਚ ਜੀ। ਅਤੇ ਸਾਡੀਆਂ ਘੱਟੋ ਘੱਟ ਵੀ ਬਾਹਲੀਆਂ ਨਹੀਂ ਤਾਂ 50-60 ਗੱਡੀਆਂ ਦੀ ਤਾਂ ਲੈ ਚੁੱਕੀਆਂ ਜੀ। ਇਹ ਕਿੱਥੇ ਖੜੇ ਹੁੰਦੇ ਜਿਹੜੇ ਤੁਹਾਡੇ? ਇਹ ਸਾਡੇ ਜੀ ਯੂਨੀਅਨ ਦੇ ਵਿੱਚ ਮੰਡੀ ਦੇ ਵਿੱਚ, ਦਾਣਾ ਮੰਡੀ ਵਿੱਚ ਖੜੇ ਹੁੰਦੇ ਆ, ਦਿਨੇ ਲਾ ਕੇ ਲੈ ਜਾਂਦੇ ਆ, ਰਾਤ ਨੂੰ ਸਾਡੀ ਪਹਿਰੇਦਾਰੀ ਵੀ ਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਸੰਦਾਂ ਉੱਪਰ ਦਿੱਤੀ ਜਾ ਰਹੀ ਸਬਸਿਡੀ ਦੇ ਮਾਮਲੇ ਵਿੱਚ ਅੱਜ ਗੁਰਦਾਸਪੁਰ ਦੇ ਪੰਚਾਇਤ ਭਵਨ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਉੱਪਰ ਖੇਤੀ ਸੰਦ ਦੇਣ ਦੇ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਿਸਾਨਾਂ ਦੀ ਹਾਜ਼ਰੀ ਵਿੱਚ ਲੱਕੀ ਡਰਾ ਕੱਢੇ ਗਏ, ਜਿੱਥੇ ਕਿਸਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਡਰਾ ਪ੍ਰਾਪਤ ਹੋਏ ਅਤੇ ਉਹ ਕਾਫੀ ਖੁਸ਼ ਸਨ। ਅੱਜ ਕਿਸ ਸਬੰਧ ਦੇ ਵਿੱਚ ਡਰਾ ਕੱਢੇ ਗਏ ਆ ਔਰ
ਵੀਡੀਓਗ੍ਰਾਫੀ ਕੀਤੀ ਗਈ ਹੈ, ਕੀ ਕੀਤਾ ਗਿਆ ਦੱਸਿਓ ਇਸ ਸੰਬੰਧ। ਸੋ ਕਿਸਾਨਾਂ ਨੂੰ ਜਿਹੜੀ ਆਪਣੇ ਝੋਨੇ ਦੀ ਫਸਲ ਦਾ ਸਹੀ ਤਰੀਕੇ ਨਾਲ ਜੋ ਕਟਾਈ ਹੋ ਜਾਂਦੀ ਹੈ, ਜਿਹੜੀ ਤੇ ਰਹਿੰਦ ਖੂੰਹਦ ਹੁੰਦੀ ਹੈ ਜਿਹਨੂੰ ਆਪਾਂ ਕ੍ਰੌਪ ਰੈਜ਼ਿਡਿਊ ਮੈਨੇਜਮੈਂਟ ਕਹਿ ਦਿੰਦੇ ਹਾਂ, ਉਹਦੇ ਲਈ ਮਸ਼ੀਨਾਂ ਸਬਸਿਡੀ ਦਿੱਤੀਆਂ ਜਾਣੀਆਂ ਨੇ। ਕਿਸਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀਗਾ, ਜਿਹਦੇ 'ਚ ਬੇਲਰ ਵਾਸਤੇ, ਸਟ੍ਰॉ ਰੇਕਰ ਵਾਸਤੇ, ਕ੍ਰੌਪ ਰੀਪਰ ਵਾਸਤੇ, RMD, ਹੈਪੀ ਸੀਡਰ, ਮਲਚਰ, ਸਬ ਮਾਸਟਰ, ਸੁਪਰ SMS, ਸੁਪਰ ਸੀਡਰ, ਜ਼ੀਰੋ ਡਰਿਲ। ਸਾਡੇ ਕੋਲ 2825 ਐਪਲੀਕੇਸ਼ਨ ਆਈਆਂ ਨੇ, ਅਸੀਂ 413 ਬੰਦੇ ਨੂੰ ਦੇਣਾ। ਇਹਦੀ ਸਾਡੇ ਬੜਾ ਪਾਰਦਰਸ਼ਤਾ ਰੂਪ ਰੱਖੀ ਹੈ। ਅੱਜ ਸਾਡੇ ਕਿਸਾਨ ਜਥੇਬੰਦੀਆਂ ਵੀ ਬੈਠੀਆਂ ਨੇ, ਜਿਹੜੇ ਐਪਲੀਕੈਂਟ ਨੇ ਉਹ ਵੀ ਬੈਠੇ ਨੇ, ਸਾਡੇ ਆਫੀਸਰ ਸਾਹਿਬਾਨ ਵੀ ਬੈਠੇ ਨੇ, GOG ਦੇ ਨੁਮਾਇੰਦੇ ਵੀ ਸਟੇਟ ਡਿਸਟ੍ਰਿਕਟ ਹੈਡ ਉਹ ਬੈਠੇ ਨੇ, ਔਰ ਅਸੀਂ ਲੱਕੀ ਡਰਾਅ ਨਾਲ ਪਰਚੀਆਂ ਕੱਢ ਰਹੇ ਹਾਂ। ਹੁਣ ਤੱਕ ਅਸੀਂ ਬੇਲਰ ਦੀਆਂ ਕੱਢੀਆਂ ਨੇ, ਜਿਹਦੇ 'ਚੋਂ ਸਾਨੂੰ 14 ਬੰਦੇ ਸਿਲੈਕਟ ਕਰਤੇ ਨੇ। ਸਟ੍ਰॉ ਰੇਕਰ ਦੇ ਹੁਣ ਕੱਢਣ ਜਾ ਰਹੇ ਹਾਂ। ਸਰ ਇਹਨਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਜੋ ਹਾਂ, ਤੇ ਹਰ ਇੱਕ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਔਰ ਮੌਕੇ ਤੇ ਰਿਜ਼ਲਟ ਕੱਢਿਆ ਜਾ ਰਿਹਾ ਹੈ। ਔਰ ਜਿਹੜੀ ਰਿਜ਼ਲਟ ਨਿਕਲਿਆ ਉਹਦੇ ਨਾਲ ਵੀ ਅਸੀਂ ਜਿਹੜੇ ਬੰਦੇ ਇੱਥੇ ਆਏ ਨੇ ਉਹਨਾਂ ਨੂੰ ਇਸ ਗੱਲ ਦੀ ਆਗਿਆ ਦੇ ਰਹੇ ਹਾਂ ਕਿ ਉਹਦੀ ਫੋਟੋ ਖਿੱਚ ਕੇ ਆਪਣੇ ਕੋਲ ਰਿਕਾਰਡ 'ਚ ਰੱਖਣ, ਤਾਂ ਕਿ ਬਾਅਦ 'ਚ ਕੋਈ ਲਿਸਟ ਅਦਲਾ ਬਦਲ ਜਾਵੇ। ਪੰਜਾਬ ਦੇ ਸਰਹੱਦ ਦੇ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਮਾਡਲਸ ਸਾਬਣ ਫੈਕਟਰੀ ਦੇ ਪ੍ਰਦੂਸ਼ਣ ਤੋਂ ਲੁਕੀ ਗੜਸ਼ੰਕਰ ਦੇ ਪਿੰਡ ਮਹਿੰਦੀਵਾਲ ਵਿਖੇ ਆਲੇ ਦੁਆਲੇ ਦੇ ਪਿੰਡਾਂ ਵਾਸੀਆਂ ਦੇ ਸਹਿਯੋਗ ਨਾਲ ਦਿਨ ਰਾਤ ਪੱਕਾ ਮੋਰਚਾ ਲਗਾਤਾਰ ਚੱਲ ਰਿਹਾ ਹੈ। ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਅਧੀਨ ਚੱਲ ਰਹੇ ਪੱਕੇ ਮੋਰਚੇ ਵਿੱਚ ਸ਼ਾਮਲ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪੰਜਾਬ ਦੀ ਸਰਹੱਦ ਨਾਲ ਹਿਮਾਚਲ ਖੇਤਰ ਵਿੱਚ ਸਾਬਣ ਫੈਕਟਰੀ ਦੇ ਕਰਿੰਦਿਆਂ ਵੱਲੋਂ ਫੈਕਟਰੀ ਵਿੱਚੋਂ ਲਗਾਤਾਰ ਕੈਮੀਕਲ ਯੁਕਤ ਜ਼ਹਿਰੀਲਾ ਧੂੰਆਂ ਛੱਡਿਆ ਜਾ ਰਿਹਾ ਹੈ ਅਤੇ ਫੈਕਟਰੀ ਵੱਲੋਂ ਜ਼ਮੀਨ ਵਿੱਚ ਬੋਰ ਕਰਕੇ ਜ਼ਹਿਰੀਲਾ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਕੋਈ ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਚੁੱਕਾ ਹੈ। ਭਾਜੀ ਕੇਸ਼ਵ ਹੈ। ਪਿੰਡ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਕਿ ਬਹੁਤ ਆ ਰਹੀਆਂ, ਕਿਉਂਕਿ ਅੱਖਾਂ ਦੀਆਂ ਪ੍ਰੋਬਲਮਾਂ ਬੱਚਿਆਂ ਨੂੰ ਬਹੁਤ ਆ ਰਹੀਆਂ, ਜੋ ਕਿ ਚਮੜੀ ਰੋਗ ਹੋ ਗਿਆ। ਉਸ ਤੋਂ ਇਲਾਵਾ ਹੋਰ ਕਈ ਪ੍ਰੋਬਲਮਾਂ ਜੋ ਕਿ ਅੰਦਰੂਨੀ ਬਿਮਾਰੀਆਂ ਬਜ਼ੁਰਗਾਂ ਨੂੰ ਲਾ ਲਓ, ਹੋਰ ਨੌਜਵਾਨਾਂ ਨੂੰ, ਕਿਉਂਕਿ ਨੌਜਵਾਨ ਨੂੰ ਕੋਈ ਸਮੱਸਿਆ ਆਉਣੀ ਨਹੀਂ ਚਾਹੀਦੀ ਉਮਰ ਦੇ ਹਿਸਾਬ ਨਾਲ, ਇਹਨਾਂ ਨੂੰ ਵੀ ਉਹ ਸਮੱਸਿਆ ਆ ਰਹੀਆਂ ਨੇ। ਅੱਜ ਉਹ ਸਮਾਂ ਸਾਡੇ ਪਿੰਡ ਜੋ ਦੁੱਖਾਂ ਢਾਹ ਰਿਹਾ ਨਾ ਸਾਡਾ ਪਿੰਡ, ਸ਼ਾਇਦ ਮੈਨੂੰ ਲੱਗਦਾ ਅਸੀਂ ਜ਼ਿੰਦਗੀ ਕਦੇ ਹਟਾਉਣਾ ਨਹੀਂ, ਜੋ ਪਰਮਾਤਮਾ ਇੱਦਾਂ ਕਿਸੇ ਕਰੇ ਨਾ, ਜੋ ਅਸੀਂ ਜਿਸ ਸਮੇਂ 'ਚੋਂ ਅਸੀਂ ਗੁਜ਼ਰ ਰਹੇ ਹਾਂ। ਸਰ ਕੀ ਕਾਰਨ ਹੈ ਬਿਮਾਰੀਆਂ ਲੱਗਣ ਦਾ? ਬਿਮਾਰੀਆਂ ਲੱਗਣ ਦਾ ਸਰ ਕਾਰਨ ਹੈ ਫੈਕਟਰੀ, ਕਿਉਂਕਿ ਮਾਡਲ ਮੈਂ ਸਿੱਧਾ ਕਹਿ ਰਿਹਾ ਸਾਬਣ ਫੈਕਟਰੀ ਕਾਰਨ ਹੈ, ਹੋਰ ਕੋਈ ਕਾਰਨ ਨਹੀਂ ਹੈ। ਪਹਿਲਾਂ ਵਧੀਆ ਖੁਸ਼ਹਾਲ ਹਵਾ ਸੀ, ਬਹੁਤ ਸੀ ਇੱਥੇ ਲੋਕ ਘੁੰਮਣ ਆਉਂਦੇ ਸੀ, ਵਧੀਆ ਵਿਜ਼ਿਟ ਕਰਦੇ ਸੀ, ਟੂਰਿਸਟ ਏਰੀਆ ਸੀ। ਹੁਣ ਤਾਂ ਦੇਖੋ ਜੀ ਸਾਡਾ ਮਨ ਨਹੀਂ ਕਰ ਰਿਹਾ ਇੱਥੇ ਰਹਿਣ ਨੂੰ। ਆਪਾਂ ਵੀ ਕਹਿ ਰਹੇ ਹਾਂ ਕਿ ਆਪਾਂ ਜਾ ਕੇ ਬਾਹਰ ਪਲਾਂਟ ਲੈ ਲਈਏ, ਕਿੱਥੋਂ ਲੈ ਲਈਏ, ਪਰ ਆਪਾਂ ਗਰੀਬ ਏਰੀਏ ਦੇ ਹਾਂ। ਮੈਂ ਸਰਪੰਚ ਰਮੇਸ਼ ਲਾਲ ਮਹਿਦਵਾਨੀ ਗੁਜਰਾਂ। ਸਾਡਾ ਜਿਹੜਾ ਧਰਨਾ ਹੈ 5 ਤਰੀਕ ਨੂੰ ਲੱਗਾ ਸੀ, ਅੱਜ 25 ਦਿਨ ਹੋ ਗਏ ਤਕਰੀਬਨ ਧਰਨੇ ਲੱਗੇ ਨੂੰ, ਤੇ ਸਾਡੀ ਪ੍ਰੋਬਲਮ ਜਿਹੜੀ ਫੈਕਟਰੀ ਤੋਂ ਪ੍ਰਦੂਸ਼ਣ ਤੇ ਸਮੈਲ ਆ ਰਹੀ ਹੈ, ਗੰਦਾ ਪਾਣੀ ਜਿਹੜਾ ਥੱਲੇ ਪਾ ਰਹੇ ਹੈ, ਇਹ ਸਾਡੀ ਸਮੱਸਿਆ। ਅਸੀਂ ਇਹ ਅਲੱਗ-ਅਲੱਗ ਇਹ ਪ੍ਰਸ਼ਾਸਨ ਦਾ DC ਉਨਾ, DC ਹੁਸ਼ਿਆਰਪੁਰ, SDM ਰੋਲੀ, SDM ਗੜਸ਼ੰਕਰ ਤੇ ਵੱਖ-ਵੱਖ ਵਿਭਾਗਾਂ ਨੂੰ ਜਾ ਕੇ ਸਾਰੇ ਆਪਣੇ ਮੰਗ ਪੱਤਰ ਦਿੱਤੇ, ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ। ਸਰਕਾਰ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ। ਅੱਜ 25 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ, ਤੇ ਅਸੀਂ ਸ਼ਾਂਤਮਈ ਇੱਥੇ ਬੈਠੇ ਹਾਂ, ਸਾਡਾ ਕੋਈ ਦੁਆ ਨਹੀਂ ਹੈਗਾ, ਪਰ ਸਾਡੀ ਕੋਈ ਸਮੱਸਿਆ ਦਾ ਹੱਲ ਨਹੀਂ ਹੋਇਆ। ਗਣਪਤੀ ਬੱਪਾ ਮੋਰਿਆ ਮਹਾ ਉਤਸਵ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਰਾਜਸਥਾਨ ਤੋਂ ਆਏ ਕਲਾਕਾਰਾਂ ਨੇ ਪਠਾਨਕੋਟ ਵਿੱਚ ਮੂਰਤੀਆਂ ਬਣਾਉਣ ਦੇ ਕੰਮ ਸ਼ੁਰੂ ਕਰ ਦਿੱਤੇ ਹਨ। ਕਾਰੀਗਰਾਂ ਨੇ ਦੱਸਿਆ ਕਿ ਇਹ ਮੂਰਤੀਆਂ POP ਅਤੇ ਕੈਮੀਕਲ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ, ਪਰ ਹੁਣ ਵਾਤਾਵਰਣ ਨੂੰ ਵੇਖਦੇ ਹੋਏ ਇਸ ਵਾਰ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਜ਼ਿਕਰਯੋਗ ਹੈ ਕਿ ਇੱਥੇ ਹਿਮਾਚਲ ਦੇ ਲੋਕੀ ਵੀ ਮੂਰਤੀਆਂ ਲੈਣ ਲਈ ਆਉਂਦੇ ਹਨ। हमारा नाम जुंजाराम है जी। मेरे को यहाँ पे 15 साल हो गया है। ये यहाँ से डेमेड पहले करीब 72 अच्छी चल रही है। यहाँ पे गणपति बनाते हैं। कितनी सबसे बड़ी मूर्ति बन रही है यहाँ पे? यहाँ पे 1 फुट से लगा 8 फुट तक है। आगे से इसकी डिमांड बढ़ी है? बड़ी है जी। कहाँ से लोग लेने आ रहे हैं? आ रहे हैं हिमाचल से, धर्मशाला से आ रहे हैं, यहाँ से अमरसर से, गुरदासपुर से आ रहे, या जलंधर से लेने के लिए आ रहे हैं। ਮਾਂ ਬੋਲੀ ਪੰਜਾਬੀ ਵਿਸ਼ਵ ਭਰ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੀ ਹੈ। ਇਸੇ ਤਹਿਤ ਅੱਜ ਕਪੂਰਥਲਾ ਵਿੱਚ ਪੰਜਾਬੀ ਭਾਸ਼ਾ ਨੂੰ ਸਮਰਪਿਤ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਭਾਸ਼ਾ ਅਧਿਕਾਰੀ ਹਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਸਕੂਲੀ ਬੱਚਿਆਂ ਨੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਦੇ 125 ਬੱਚਿਆਂ ਨੇ ਭਾਗ ਲਿਆ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਫਾਸਟਵੇ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਹਨ, ਜਿਸ ਤਹਿਤ ਫਾਸਟਵੇ ਦੇ ਪ੍ਰਬੰਧਕਾਂ ਤੇ ਆਪਰੇਟਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਉਹਨਾਂ ਕਿਹਾ ਕਿ ਕਈ ਵਾਰ ਲੜਾਈ ਹੋ ਚੁੱਕੀ ਹੈ, ਪਰ ਇਹ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਅੱਜ ਜਲੰਧਰ ਵਿੱਚ ਵੱਖ-ਵੱਖ ਆਪਰੇਟਰਾਂ ਨੇ ਪੁਤਲਾ ਸਾੜਿਆ ਤੇ ਕਾਰਵਾਈ ਦੀ ਮੰਗ ਕੀਤੀ। ਸ਼ਰੇਆਮ ਤਾਰਾਂ ਕੱਟੀਆਂ ਜਾ ਰਹੀਆਂ, ਗੁੰਡਾਗਰਦੀ ਹੋ ਰਹੀ ਆ, ਸਾਡੇ ਕੇਬਲ ਆਪਰੇਟਰਾਂ ਦੀਆਂ ਲੱਤਾਂ ਬਾਹਾਂ ਹੱਥ ਵੱਢੇ ਜਾ ਰਹੇ ਆ, ਪੁਲਿਸ ਵੱਲੋਂ ਐਕਸ਼ਨ ਕੋਈ ਨਹੀਂ ਹੋ ਰਿਹਾ ਸੀ। ਜਿਹੜਾ ਗੁੰਡੇ ਆ ਦਾਤਰ ਲੈ ਕੇ, ਕਿਰਪਾਨਾਂ ਲੈ ਕੇ, ਰਾੜਾਂ ਲੈ ਕੇ ਸਾਡੇ ਕੇਬਲ ਆਪਰੇਟਰਾਂ ਦੇ ਮਗਰ ਤੁਰੇ ਫਿਰਦੇ ਆ।
ਜਗ੍ਹਾ ਜਗ੍ਹਾ ਤੋਂ ਤਾਰਾਂ ਵੱਢਦੇ ਆ। ਜਿਹੜਾ ਬੰਦਾ ਸਾਡਾ ਦਰਖਾਸਤ ਦਿੰਦਾ ਉਹਨਾਂ ਦੇ ਖਿਲਾਫ ਕਿਸੇ ਨਾ ਕਿਸੇ ਬਹਾਨੇ ਉਹਨਾਂ ਦੇ ਉੱਤੇ ਹੀ ਪਰਚਾ ਦਰਜ ਕਰਾ ਦਿੱਤਾ ਜਾਂਦਾ। ਅਸੀਂ ਆਏ ਸੀ ਇੱਥੇ, ਕਮਿਸ਼ਨਰ ਸਾਹਿਬ ਨੇ ਨੂੰ ਮੈਮੋਰੈਂਡਮ ਦਿੱਤਾ, ਕਮਿਸ਼ਨਰ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਮੈਰਿਟ ਦੇ ਆਧਾਰ ਦੇ ਉੱਤੇ ਜਿਹੜਾ ਉਹ ਕਾਰਵਾਈ ਹੋਊਗੀ। ਜਿਨ੍ਹਾਂ ਬੰਦਿਆਂ ਨੇ ਮਤਲਬ ਜਿਹੜਾ ਗਲਤ ਤਰੀਕੇ ਦੇ ਨਾਲ ਕਾਨੂੰਨ ਨੂੰ ਹੱਥ ਦੇ 'ਚ ਲੈ ਕੇ ਧੱਕਾ ਕੀਤਾ, ਉਹਨਾਂ ਸਾਰਿਆਂ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਪਊਗੀ। ਅਸੀਂ ਕਮਿਸ਼ਨਰ ਸਾਹਿਬ ਨੂੰ CCTV ਫੁਟੇਜ ਤੱਕ ਦੇਤੀਆਂ, ਗੱਡੀਆਂ ਦੱਸਤੀਆਂ ਵੀ ਆਹ ਗੱਡੀਆਂ ਜਿਹੜੀਆਂ ਕਟਿੰਗ ਦੇ ਵਿੱਚ ਆਈਆਂ ਤੁਸੀਂ ਟਰੇਸ ਕਰ ਲਓ, ਮਾਲਕਾਂ ਦੇ ਨਾਲ ਜਿਹੜੀਆਂ ਉਹ ਜੁੜੀਆਂ ਗੱਡੀਆਂ ਨਿਕਲ ਆਉਣਗੀਆਂ, ਜੋ DS ਕੇਬਲ ਦੇ ਮਾਲਕਾਂ ਵੱਲੋਂ ਜਿਹੜੀ ਇਹ ਕਾਰਵਾਈ ਜਿਹੜੀ ਆ ਕਰਵਾਈ ਜਾ ਰਹੀ ਆ। ਜਿਹੜੇ ਉਹਨਾਂ ਦੇ ਮੁਲਾਜ਼ਮ ਆ ਜਾਂ ਜਿਹੜੇ ਉਹਨਾਂ ਦੇ ਪੇਡ ਬੰਦੇ ਆ ਜਿਹੜੇ ਉਹ ਮਤਲਬ ਕਿਹੜੇ ਤਰੀਕੇ ਦੇ ਬੰਦੇ ਇਕੱਠੇ ਕੀਤੇ ਜਾ ਰਹੇ ਉਹ ਵੀ ਦੱਸਤਾ ਕਿ ਕਿਵੇਂ ਨਸ਼ੇੜੀ ਲੋਕਾਂ ਨੂੰ ਲੈ ਕੇ ਜਾਂ ਜਿਹੜੇ ਪੁਰਾਣੇ ਮਾੜੇ ਰਿਕਾਰਡ ਵਾਲੇ ਬੰਦੇ ਆ ਜਿਹੜੇ ਮਤਲਬ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ 10-20 FIR ਆ ਉਹਨਾਂ ਨੂੰ ਗੁੰਡਾਗਰਦੀ ਵਾਸਤੇ ਲਾਓ ਕੀਤਾ ਪਿਆ। ਉਹਨਾਂ ਦਾ ਪਹਿਲਾਂ ਹੀ ਤਹਿਤ ਆ ਜਲੰਧਰ ਸ਼ਹਿਰ ਦੇ ਵਿੱਚ, ਉਹਨਾਂ ਨੂੰ ਹੀ ਦੁਬਾਰਾ ਤਹਿਤ ਉਹਨਾਂ ਦਾ ਬਣਾਇਆ ਜਾ ਰਿਹਾ। ਇੱਕ ਪਾਸੇ ਦਾ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਕਮਿਸ਼ਨਰ ਸਾਹਿਬ ਨੂੰ, ਅਸੀਂ CM ਸਾਹਿਬ ਕੋਲੇ ਵੀ ਜਾ ਕੇ ਬੇਨਤੀ ਕਰਨ ਬਾਰੇ ਦੱਸਿਆ ਵੀ ਇੱਕ ਪਾਸੇ ਤਾਂ ਆਪਾਂ ਮਾਫੀਆ ਖਤਮ ਕਰਨ ਨੂੰ ਫਿਰਦੇ ਆ, ਗੁੰਡਾਗਰਦੀ ਖਤਮ ਕਰਨ ਨੂੰ ਫਿਰਦੇ ਆ, ਤੇ ਦੂਜੇ ਪਾਸੇ ਉਹਨੂੰ ਜਿਹੜਾ ਉਹ ਪ੍ਰਮੋਟ ਕੀਤਾ ਜਾ ਰਿਹਾ। ਅੱਜ ਇਹੀ ਬੰਦੇ ਜਿਹੜੇ ਇੱਥੇ ਧੱਕਾ ਕਰ ਰਹੇ ਆ, ਗੁੰਡੇ ਬਣਾ ਕੇ ਪੇਸ਼ ਕੀਤੇ ਜਾ ਰਹੇ, ਇਹਨਾਂ ਨੇ ਕੱਲ ਨੂੰ ਗੈਂਗਸਟਰ ਬਣਨਾ। ਗੈਂਗਸਟਰ ਕਿਹੜਾ ਜ਼ਮੀਨ ਚੋਕਦੇ ਆ। ਆਪ ਦੀ ਸਰਕਾਰ ਕਹਿੰਦੀ ਹੈ ਕਿ ਪੰਜਾਬ ਵਿੱਚ ਨਜਾਇਜ਼ ਮਾਈਨਿੰਗ ਬੰਦ ਹੋ ਗਈ ਹੈ ਕਿਉਂਕਿ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣਦੇ ਸਾਰਾ ਨੇ, ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਦੇ ਨਾਲ ਲੱਗਦੇ ਬਾਰਡਰ ਦੀ ਹੈ ਜਿੱਥੇ ਹਰ ਤਰ੍ਹਾਂ ਦੀ ਮਾਈਨਿੰਗ ਬੰਦ ਕਰ ਦਿੱਤੀ ਸੀ। ਪਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਸਰਕਾਰ ਜਵਾਬ ਦੇਵੇ ਉਹਨਾਂ ਨੇ ਮਾਈਨਿੰਗ ਕਿਉਂ ਬੰਦ ਕੀਤੀ ਹੈ ਤੇ ਕਿੰਨੀ ਦੇਰ ਲਈ ਬੰਦ ਕੀਤੀ ਹੈ। रोक लगा दी, बीट इलीगल लीगल माइनिंग जो भी है सब बंद। ਕੋਰਟ ਕਾਫੀ ਅੱਜ ਸਖਤ ਵੀ ਦੇਖਿਆ, ਪੰਜਾਬ ਸਰਕਾਰ ਦੇ ਜਵਾਬ ਤੋਂ ਨਾ ਖੁਸ਼ ਸੀਗਾ ਔਰ ਕਾਫੀ ਗੱਲਾਂ ਬਾਤਾਂ ਕਾਫੀ ਕੀਤੀਆਂ। ਕੋਰਟ ਨੇ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਉਹਨੂੰ ਲੈ ਕੇ ਗੰਭੀਰ ਤਰ੍ਹਾਂ ਨਾਲ ਆਪਣਾ ਆਬਜ਼ਰਵੇਸ਼ਨ ਦਿੱਤਾ ਹੈ। ਉਹ ਕਾਫੀ ਗੰਭੀਰ ਨੇ ਇਸ ਚੀਜ਼ ਨੂੰ ਲੈ ਕੇ ਕਿ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਹੈ ਔਰ ਇਸ ਤਰ੍ਹਾਂ ਨਾਲ ਜੇ ਇਲੀਗਲ ਮਾਈਨਿੰਗ ਲੀਗਲ ਮਾਈਨਿੰਗ ਇਸ ਤਰ੍ਹਾਂ ਨਾਲ ਰਿਵਰ ਬੈਡ ਦੇ ਉੱਤੇ ਔਰ ਹਿੰਟਰਲੈਂਡ 'ਚ ਚੱਲਦੀ ਰਹੀ ਤੇ ਵਾਕਈ ਇਹ ਇੱਕ ਬਹੁਤ ਵੱਡਾ ਖਤਰਾ ਸਾਬਤ ਹੋ ਸਕਦੀ ਹੈ। ਕੋਰਟ ਨੇ ਇਸ ਦੇ ਨਾਲ ਉਹ ਪਠਾਨਕੋਟ 'ਚ ਜਿਹੜਾ ਇਨਸੀਡੈਂਟ ਹੋਇਆ ਸੀ ਪਿੱਛੇ ਟੈਰਰਿਸਟ ਅਟੈਕ ਦਾ, ਉਹਦਾ ਵੀ ਸੰਗਿਆਨ ਲਿਆ। ਰੇਲਵੇ ਬ੍ਰਿਜ ਨੂੰ ਲੈ ਕੇ ਵੀ ਕੋਰਟ ਨੇ ਕਿਹਾ ਜਿਹੜਾ ਢਾਇਆ ਜੀ, ਰੇਲਵੇ ਬ੍ਰਿਜ ਦੀ ਗੱਲ ਹੋਈ ਹੈ ਬਟ ਉਹ ਹਾਲੇ ਕਨਕਲੂਸਿਵ ਕੋਈ ਰਿਪੋਰਟ ਨਹੀਂ ਹੈ ਕਿ ਉਹਦਾ ਰੀਜ਼ਨ ਕਿਆ ਸੀ। ਐਜ਼ ਪਰ ਨਿਊਜ਼ਪੇਪਰ ਰਿਪੋਰਟ ਜੋ ਉਹਨਾਂ ਨੇ ਬਾਕੀ ਲੋਕ ਪਟੀਸ਼ਨਰ ਵਗੈਰਾ ਨੇ ਕਲੇਮ ਕੀਤਾ ਹੈ ਕਿ ਇਟ ਇਜ਼ ਓਨਲੀ ਬਿਕੋਜ਼ ਆਫ ਦੀ ਮਾਈਨਿੰਗ ਇਨ ਦਾ ਰਿਵਰ ਬੈਡ ਇਨ ਚੱਕੀ ਰਿਵਰ। ਕਦੋਂ ਰਿਪੋਰਟ ਦੇਣੀ ਹੈ ਪੰਜਾਬ ਸਰਕਾਰ ਨੂੰ ਕਿਹਾ ਹੈ? 2 ਹਫ਼ਤੇ ਦਾ ਟਾਈਮ ਮੰਗਿਆ ਹੈ, ਹਫ਼ਤੇ 10 ਦਿਨ ਦਾ। ਵਿਧਾਨ ਸਭਾ ਹਲਕਾ ਨਾਭਾ ਅਧੀਨ ਆਉਂਦੇ ਪਿੰਡ ਚੱਕੀ ਗਲਵੱਟੀ ਦੇ ਜਾਂਚ ਸਹਾਇਕ ਥਾਣੇਦਾਰ ਚਮਨ ਲਾਲ ਦੇ ਖਿਲਾਫ ਭ੍ਰਿਸ਼ਟਾਚਾਰ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। DSP ਨਾਭਾ ਨੇ ਕਿਹਾ ਕਿ ਦੋਸ਼ੀ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਦੋਸ਼ੀ ASI ਚਮਨ ਲਾਲ ਦਾ ਮੈਡੀਕਲ ਕਰਵਾਇਆ ਗਿਆ ਤੇ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਦੋਂ ਇਸ ਸੰਬੰਧੀ ਦੋਸ਼ੀ ASI ਚਮਨ ਲਾਲ ਦਾ ਪੱਖ ਲਿਆ ਗਿਆ ਤਾਂ ਉਸਨੇ ਕਿਹਾ ਕਿ ਮੈਂ ਬੇਕਸੂਰ ਹਾਂ ਤੇ ਮੈਨੂੰ ਸਾਜ਼ਿਸ਼ ਤਹਿਤ ਫਸਾਇਆ ਗਿਆ ਹੈ। ਬਾਈ ਜੀ ਇਹਨਾਂ ਤੇ ਮੈਂ ਪਹਿਲਾਂ ਇੱਕ ਮੁਕੱਦਮਾ ਦਰਜ ਕੀਤਾ ਮਾਈਨਿੰਗ ਦਾ। ਇਹ ਨਾ ਉਹਨੂੰ ਜਿਹੜੇ ਮੁਕੱਦਮੇ ਨੂੰ ਆਪਣੇ ਹੱਕ ਵਾਸਤੇ ਕਰਨ ਵਾਸਤੇ ਜਾਂ ਕੈਂਸਲ ਕਰਨ ਵਾਸਤੇ ਇਹਨਾਂ ਨੇ ਸਾਜ਼ਿਸ਼ ਤਹਿਤ ਇਹ ਮੇਰੇ ਤੇ ਕੀਤਾ। ਮੈਂ ਨਾ ਇਹਨਾਂ ਤੋਂ ਕਿਸੇ ਪੈਸੇ ਦੀ ਮੰਗ ਕੀਤੀ, ਨਾ ਹੀ ਮੇਰੇ ਕੋਲ ਪੈਸੇ ਸੀ, ਨਾ ਮੈਂ ਮੰਗੇ ਨਾ ਮੈਂ ਲਏ। ਜਿਹੜੀ ਵੀਡੀਓ ਬਣਾਈ ਗਈ ਹੈ ਵੀਡੀਓ 'ਚ ਸ਼ੋਅ ਇਹ ਜਾਣ ਬੁੱਝ ਕੇ ਉਹਨਾਂ ਨੇ ਕੀਤਾ। ਆਪਣਾ ਬੰਦਾ ਲੈ ਕੇ ਆਇਆ ਨਾਲ, ਬੰਦਾ ਉਹਨਾਂ ਦਾ ਜਿਹੜਾ ਵੀ ਕੋਈ ਫੜਨ ਵਾਲਾ ਜਾਂ ਫੜਾਉਣ ਵਾਲਾ ਉਹੀ ਫੜਨ ਵਾਲੇ ਉਹ ਫੜਾਣਾ। ਮੇਰਾ ਕੋਈ ਰੋਲ ਇਹਦੇ ਵਿੱਚ ਕੋਈ ਰੋਲ ਕੰਮ ਜੀ। ਅੱਜ ਖੇਤ ਪੱਧਰੀ ਦਾ ਕੰਮ ਕਰਦੇ ਤੇ ਠੇਕੇ ਦੀ ਜ਼ਮੀਨ ਲੈਤੀ ਆਪਣੇ ਕੋਲ 7 ਵਿਗੇ ਜੀ, ਹਰੀਗੜ੍ਹ ਤੋਂ ਹਰਜਿੰਦਰ ਸਿੰਘ ਦੀ ਜੀ। ਹਾਂਜੀ, ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੇ ਸਾਨੂੰ ਸਵਾਲ ਪਾਇਆ ਵੀ ਸਾਨੂੰ ਰਿਸ਼ਵਤ ਦੇਵੋ। ਹਾਂਜੀ, ਪਹਿਲਾਂ ਸਾਡੇ ਤੋਂ ਲੈ ਵੀ ਗਿਆ ਜੀ ਕੁਛ ਪਹਿਲਾਂ। ਬਾਕੀ ਉਸ ਤੋਂ ਬਾਅਦ ਇਹਨਾਂ ਨੇ ਜੀ ਇੱਕ ਦਿਨ ਸਾਨੂੰ 19 ਤਰੀਕ ਨੂੰ ਉੱਤੋਂ ਫੜ ਕੇ ਲੈ ਕੇ ਆਏ ਜੀ ਪੁਲਿਸ। ਇੱਕ ਮੇਨ ਰੋਡ ਤੋਂ ਅੱਧਾ ਕਿਲੋਮੀਟਰ 'ਤੇ ਲਿਆ ਕੇ ਮੇਨ ਰੋਡ ਆ ਗਈ ਜੀ, ਸਾਨੂੰ ਉੱਥੇ ਲਿਆ ਕੇ ਕੁੱਟ ਕਟਾਪਾ ਕੀਤਾ ਜੀ ਇਹਨਾਂ ਨੇ, ਜ਼ਬਰਦਸਤੀ ਬਹੁਤ ਕੀਤਾ ਜੀ। ਫਿਰ ਸਾਨੂੰ ਥਾਣੇ 'ਚ ਲਿਆ ਕੇ ਮੇਰੇ ਤੇ ਮੇਰੇ ਮੁੰਡੇ ਲਾਡੀ ਨੂੰ ਇਹਨਾਂ ਨੇ ਜੀ ਸਾਡੇ 'ਤੇ ਨਜਾਇਜ਼ ਪਰਚਾ ਪਾਤਾ। ਨਜਾਇਜ਼ ਪਰਚਾ ਪਾ ਕੇ ਸਾਡੀ ਡਾਕਟਰੀ ਹਸਪਤਾਲ 'ਚੋਂ ਕਰਾ ਕੇ ਜੀ ਨਾਭੇ ਤੋਂ ਇਹਨਾਂ ਨੇ ਜੀ ਸ਼ਾਮ ਨੂੰ 7,000 ਰੁਪਏ ਲੈਤਾ। ਚਮਨ ਲਾਲ ਨੇ 7,000 ਰੁਪਏ ਸਾਡੇ ਤੋਂ ਲੈਤੇ ਜੀ ਰਿਸ਼ਵਤ। ਪਤਾ ਹੀ ਪੰਜਾਬ ਸਰਕਾਰ ਅਤੇ ਸਾਡੇ DGP ਸਾਹਿਬ SAP ਸਾਹਿਬ ਦੀਪਕ ਪਾਰਕ ਜੀ ਦੀ ਸਖਤ ਹਦਾਇਤਾਂ ਨੇ ਵੀ ਕੋਈ ਵੀ ਮੁਲਾਜ਼ਮ ਜਿਹੜਾ ਹੈ ਆਪਣਾ ਭ੍ਰਿਸ਼ਟਾਚਾਰ ਨਹੀਂ ਕਰੂਗਾ। ਉਸ ਦੇ ਚੱਲਦੇ ਹੋਏ ਜਿਹੜੇ ਚੌਂਕੀ ਇੰਚਾਰਜ ਗਲਵੱਟੀ ਚਮਨ ਲਾਲ ਜੋ ਕਿ ਕੱਲ੍ਹ ਆਪਣਾ ਚੌਂਕੀ ਗਲਵੱਟੀ ਦੇ ਵਿੱਚ ਤੁਸੀਂ ਦੇਖਣਾ ਕਿ ਵੀਡੀਓ ਵਾਇਰਲ ਹੋਈ ਸੀਗੀ, ਜੋ ਇੱਕ ਦਾਰਾ ਖਾਂ ਪੁੱਤਰ ਜੰਗ ਸਿੰਘ ਬਾਗੜੀਆਂ ਵਾਸੀ ਆਪਣਾ ਅਮਰਗੜ੍ਹ ਥਾਣੇ ਦਾ ਵਸਨੀਕ ਆ,
ਉਹ ਤੇ ਉਹਦਾ ਬੇਟਾ ਉਹਦੇ ਚੌਂਕੀ ਇੰਚਾਰਜ ਦਫ਼ਤਰ ਬੈਠੇ ਨੇ, ਤੇ ਜਿਹੜਾ ਦਾਰਾ ਸਿੰਘ ਹੈਗਾ ਉਹ 6000 ਰੁਪਈਆ ਉਹ ਚੌਂਕੀ ਇੰਚਾਰਜ ਦੇ ਕਹਿਣ 'ਤੇ ਜਿਹੜਾ ਉਹਦਾ ਕੋਈ ਪ੍ਰਾਈਵੇਟ ਬੰਦਾ ਵਿੱਕੀ ਆ ਉਹਨੂੰ ਫੜਾ ਰਹੇ ਨੇ, ਜੋ ਕਿ ਬੜੀ ਨਿੰਦਣਯੋਗ ਗੱਲ ਹੈ। ਉਸ ਦੇ ਤਹਿਤ ਅਸੀਂ ਦਾਰਾ ਖਾਨ ਦੇ ਬਿਆਨ 'ਤੇ ਜਿਹੜਾ ਚਮਨ ਲਾਲ ਦੇ ਖਿਲਾਫ FIR ਨੰਬਰ 206 28/8/2022 ਅਧੀਨ ਧਾਰਾ 7 'ਤੇ PC ਐਕਟ ਦਰਜ ਕੀਤਾ ਤੇ ਉਹਨੂੰ ਥਾਣੇ ਦਾ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਬਾਕੀ ਤਫਤੀਸ਼ ਅੱਗੇ ਜਾਰੀ ਹੈਗੀ ਆ। ਯੂਨਾਈਟਿਡ ਕਿਸਾਨ ਮੋਰਚਾ ਵੱਲੋਂ ਅੱਜ ਬਠਿੰਡਾ ਟੀਚਰ ਹੋਮ ਵਿਖੇ ਮੀਟਿੰਗ ਕੀਤੀ ਗਈ। 5 ਸਤੰਬਰ ਨੂੰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇ ਕੇ ਪੰਜਾਬ ਦੇ ਸਮੂਹ ਮੰਤਰੀਆਂ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਕਿਸਾਨਾਂ ਨੇ ਕਿਹਾ ਕਿ ਪਸ਼ੂਆਂ ਵਿੱਚ ਲੰਪੀ ਵਾਇਰਸ ਦੀ ਬਿਮਾਰੀ ਇਸ ਹੱਦ ਤੱਕ ਫੈਲ ਚੁੱਕੀ ਹੈ ਅਤੇ ਪੰਜਾਬ ਵਿੱਚ ਲੱਖਾਂ ਪਸ਼ੂਆਂ ਦੀ ਮੌਤ ਚੁੱਕੀ ਹੈ, ਪਰ ਸਰਕਾਰ ਚੁੱਪ ਹੈ। ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਬਠਿੰਡੇ ਜ਼ਿਲ੍ਹੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇੱਥੇ ਟੀਚਰ ਹੋਮ ਦੇ ਵਿੱਚ ਮੀਟਿੰਗ ਕੀਤੀ ਹੈ। ਇਹ ਮੀਟਿੰਗ ਜੋ ਪਿਛਲੇ ਦਿਨੀ ਪੰਜਾਬ ਦੀਆਂ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਦੇ ਫੈਸਲੇ ਦੇ ਅਨੁਸਾਰ 5 ਤਰੀਕ ਨੂੰ ਅਸੀਂ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਸਮੇਤ ਵਿਧਾਨ ਸਭਾ ਦੇ ਸਪੀਕਰ ਸਮੇਤ ਉਹਨਾਂ ਨੂੰ ਪੰਜਾਬ ਦੇ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਨੇ ਪੰਜਾਬ ਸਰਕਾਰ ਦੀਆਂ ਨਾਲ ਸੰਬੰਧਿਤ ਉਹਨਾਂ ਦੇ ਬਾਰੇ ਅਸੀਂ ਮੰਗ ਪੱਤਰ ਦੇਣ ਜਾ ਰਹੇ ਹਾਂ। ਪੰਜਾਬ ਦੇ ਨਾਲ ਜਿਹੜੀਆਂ ਮੁੱਖ ਰੂਪ ਦੇ ਵਿੱਚ ਸੰਬੰਧਿਤ ਮੰਗਾਂ ਨੇ, ਜਿਵੇਂ ਕਿ ਪਿਛਲੇ ਦਿਨਾਂ 'ਚ ਪਸ਼ੂਆਂ ਦੀ ਭਿਆਨਕ ਮਹਾਮਾਰੀ ਲੰਪੀ ਸਕਿਨ ਫੈਲੀ ਹੋਈ ਹੈ, ਪੰਜਾਬ ਸਰਕਾਰ ਉਹਦੇ ਪ੍ਰਬੰਧਾਂ ਬਾਰੇ, ਪਸ਼ੂਆਂ ਦੀ ਦੇਖਭਾਲ ਬਾਰੇ, ਉਹਦਾ ਇਲਾਜ ਕਰਾਉਣ ਬਾਰੇ ਬੁਰੀ ਤਰ੍ਹਾਂ ਫੇਲ ਹੋਈ ਹੈ। ਲਗਭਗ ਸਰਕਾਰੀ ਤੇ ਪ੍ਰਾਈਵੇਟ ਅੰਕੜਿਆਂ ਦੇ ਮੁਤਾਬਕ 1.25 ਲੱਖ ਤੋਂ 1.5 ਲੱਖ ਜਿਹੜਾ ਪਸ਼ੂ ਹੈ ਪਸ਼ੂ ਪਾਲਕਾਂ ਦਾ ਉਹ ਮਰ ਚੁੱਕਾ ਹੈ, ਪਰ ਸਰਕਾਰ ਨੇ ਕੋਈ ਬਹੁਤੇ ਵਧੀਆ ਕਦਮ ਨਹੀਂ ਉਠਾਏ। ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਵੀ ਕਿਸਾਨਾਂ ਦੇ ਪਸ਼ੂ ਮਰੇ ਨੇ ਉਹਨਾਂ ਨੂੰ ਘੱਟੋ ਘੱਟ 1 ਲੱਖ ਰੁਪਈਆ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਬਿਮਾਰ ਪਸ਼ੂਆਂ ਦਾ ਇਲਾਜ ਵਾਸਤੇ ਤੇਜ਼ੀ ਲਿਆਂਦੀ ਜਾਵੇ ਤੇ ਜਿਨ੍ਹਾਂ ਦੇ ਇਲਾਜ ਤੇ ਖਰਚੇ ਆਏ ਆ ਉਹਨਾਂ ਦੇ ਖਰਚੇ ਦਾ ਮੁਆਵਜ਼ਾ ਦਿੱਤਾ ਜਾਵੇ। ਇਹਦੇ ਨਾਲ ਪਿਛਲੇ ਸਮੇਂ ਤੋਂ ਅਸੀਂ ਵਾਰ-ਵਾਰ ਇਹ ਮੰਗ ਕਰ ਰਹੇ ਹਾਂ, ਜਿਵੇਂ ਮੂੰਗੀ ਦੀ ਖਰੀਦ ਦਾ ਮਸਲਾ ਸੀ, ਉਹਦੇ ਤੇ ਸਰਕਾਰ ਨੇ ਮੰਨਿਆ ਸੀ ਵੀ ਜਿਨ੍ਹਾਂ ਦੀ ਘੱਟ ਰੇਟ ਤੇ MSP ਤੋਂ ਘੱਟ ਰੇਟ ਤੇ ਮੂੰਗੀ ਵਿਕੀ ਹੈ ਜਾਂ ਪ੍ਰਾਈਵੇਟ ਨੇ ਖਰੀਦੀ ਹੈ ਅਸੀਂ ਮੁਆਵਜ਼ਾ ਦੇਵਾਂਗੇ। ਉਹ ਹਜੇ ਤੱਕ ਅਸੀਂ ਨਹੀਂ ਦੇਖਿਆ ਕਿਸੇ ਨੂੰ ਮੁਆਵਜ਼ਾ ਦਿੱਤਾ ਹੋਵੇ, ਉਹ ਮੁਆਵਜ਼ਾ ਦਿੱਤਾ ਜਾਵੇ। ਇਹਦੇ ਨਾਲ ਨਰਮੇ ਦੀ ਫਸਲ ਆਈ ਵਾਰ ਦੀ ਤਰ੍ਹਾਂ ਇਸ ਵਾਰ ਫਿਰ ਤਬਾਹ ਹੋਈ ਹੈ ਮਾਲਵੇ ਦੇ ਅੰਦਰ, ਜਾਂ ਕਈ ਥਾਵਾਂ ਤੇ ਬਾਰਿਸ਼ਾਂ ਦੇ ਨਾਲ ਝੋਨੇ ਦੀ ਫਸਲ ਤਬਾਹ ਹੋਈ ਹੈ। ਰੇਲ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਗਵਾਈ ਸੀ ਇੱਕ ਬਾਂਹ ਨਾਲ ਚਲਾਉਂਦਾ ਸੀ ਈ-ਰਿਕਸ਼ਾ। ਸਵੱਛ ਭਾਰਤ ਸਕੀਮ ਦਾ ਮੈਂਬਰ ਬਣ ਕੇ ਪਾਲ ਰਿਹਾ ਹੈ ਟੱਬਰ ਅਤੇ ਨਾਲ ਹੀ ਕਰ ਰਿਹਾ ਹੈ ਲੋਕਾਂ ਨੂੰ ਜਾਗਰੂਕ। ਇੱਥੇ ਹੀ ਵਸ ਰਹੀ ਪੰਗ ਨੌਜਵਾਨ ਦੇ ਸਾਥੀ ਨੌਜਵਾਨ ਵਿਜੇ ਦਾ ਕਹਿਣਾ ਹੈ ਕਿ ਹੈਪੀ ਇੱਕ ਟੀਮ ਵਜੋਂ ਉਸ ਨਾਲ ਕੰਮ ਕਰਦਾ ਹੈ ਅਤੇ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਸ ਦੀ ਇੱਕ ਬਾਂਹ ਨਹੀਂ ਹੈ। ਇੱਕ ਬਾਂਹ ਨਾ ਹੋਣ ਦੇ ਬਾਵਜੂਦ ਉਹ ਟੀਮ ਵਿੱਚ ਪਹਿਲੇ ਨੰਬਰ ਤੇ ਰਹਿੰਦਾ ਹੈ ਅਤੇ ਦਿਨ ਰਾਤ ਸੇਵਾ ਕਰਦਾ ਹੈ। ਸਰ ਸਫਾਈ ਅਭਿਆਨ ਦਾ ਕੰਮ ਕਰਦਾ ਜੀ। ਸਾਡਾ ਕੰਮ ਸੁੱਕੇ ਗਿੱਲੇ ਦਾ ਸਵੱਛ ਭਾਰਤ ਵਾਲੀ ਟੀਮ ਸਾਡੇ ਕਿ ਬਟਾਲਾ ਸ਼ਹਿਰ ਵਿੱਚ ਆਈਦੀ ਹੈ। ਵੱਖਰਾ ਕੂੜਾ ਕਿ ਘਰਾਂ ਦੇ ਵਿੱਚੋਂ ਕਰਾਇਆ ਜਾਂਦਾ ਅਤੇ ਉਸ ਨੂੰ ਗੱਡੀ 'ਤੇ ਲਿਆਇਆ ਜਾਂਦਾ ਜੀ, ਅਤੇ ਬਾਅਦ ਚੋਂ ਖਾਦ ਤਿਆਰ ਕੀਤੀ ਜਾਂਦੀ ਹੈ ਅਤੇ ਜਿਹੜਾ ਵੈਸਟਮੈਂਟ ਕੂੜਾ ਹੈਗਾ ਉਹਨੂੰ ਦੁਬਾਰਾ ਫੈਕਟਰੀਆਂ ਵਿੱਚ ਘਲਾਇਆ ਜਾਂਦਾ। ਸਰ ਮੇਰੀ ਜੋਬ ਹੈ ਵੀ ਮੇਰਾ ਕੰਮ ਹੈਗਾ ਵੀ ਆਪਣਾ ਵਾਰਡ ਦੇ ਵਿੱਚ ਕਲੈਕਸ਼ਨ ਕਰਨੀ ਕੂੜੇ ਦੀ, ਘਰਾਂ ਦੇ ਵਿੱਚ ਜਾਣਾ, ਕੂੜੇ ਨੂੰ ਵੱਖ ਕਰਕੇ ਲਿਆਉਣਾ, ਵੱਖ ਲੈ ਕੇ ਆਉਣਾ। ਸਰ ਸਵੇਰੇ ਅਸੀਂ ਕਿ 6 ਵਜੇ ਨਾਲ ਸਵਖਤੇ ਆ ਜਾਈਦਾ ਅਤੇ 12 ਵਜੇ ਤੱਕ ਡੇਲੀ ਕਿ ਕੰਮ ਰੂਟੀਨ ਨਾਲ ਕਰੀਦਾ ਜੀ। ਸਰ ਕਿਸੇ ਟਾਈਮ ਕਿ ਜਿੱਦਾਂ ਹੁਣ ਭਾਜੀ ਹੋਣੀ ਦੂਰ ਚੱਲ ਗਈ, ਗੱਡੀ ਮੈਨੂੰ ਥੋੜ੍ਹੀ ਲੈ ਕੇ ਜਾਣੀ ਪੈਣੀ ਅਤੇ ਚਲਾ ਲਈ ਸੀ। ਸਰ ਥੋੜ੍ਹਾ ਜਿਹਾ ਕਹਿੰਦੇ ਸੀਗੇ ਵੀ ਮੁਸ਼ਕਿਲ ਆ, ਅਤੇ ਫਿਲਹਾਲ ਕਿੱਥੋਂ ਕੰਮ ਨਹੀਂ ਮਿਲ ਰਿਹਾ ਅਤੇ ਆਪਣਾ ਫਿਰ ਭਾਜੀ ਹੋਣਾ ਦੇ ਥੋੜ੍ਹੇ ਲਿਮਿਟ 'ਤੇ ਕੀਤੇ, ਘਰ ਦੀ ਥੋੜ੍ਹੀ ਪ੍ਰੋਬਲਮ ਸੀ, ਉਸ ਕਰਕੇ ਫਿਰ ਭਾਜੀ ਹੋਣੀ ਕਹਿੰਦੇ ਚਲੋ ਵੇਚ ਦਿੰਦੇ ਹਾਂ। ਅਤੇ ਫਿਰ ਭਾਜੀ ਹੋਣਾ ਨੇ ਮੈਨੂੰ ਰੱਖਿਆ ਅਤੇ ਕੰਮ ਵੇਖਿਆ ਅਤੇ ਹੁਣ ਭਾਜੀ ਹੋਣਾ ਨੇ ਵਧੀਆ ਕਿ ਕੰਮ। ਨਹੀਂ ਸਰ ਇਹ 2-2.5 ਸਾਲ ਹੋਏ ਜੀ। ਕੀ ਹੋਇਆ ਜੀ? ਮੈਂ ਦਰਬਾਰ ਸਾਹਿਬ ਜਾ ਰਿਹਾ ਸੀਗਾ ਮੱਥਾ ਟੇਕਣ, ਅਤੇ ਮੁੰਡੇ ਸੀਗੇ ਨਾਲ 4 ਅਤੇ ਟ੍ਰੇਨ ਤੋਂ ਲੇਟ ਹੋ ਗਏ। ਚਾਹੇ ਬਾਅਦ 'ਚ ਕਹਿੰਦੇ 12 ਕੁ ਵਜੇ ਦੀ ਟ੍ਰੇਨ ਆਉਣੀ ਹੈ, 12 ਵਜੇ ਵਾਲੀ ਟ੍ਰੇਨ ਆਈ ਨਹੀਂ, 2:30 ਵਜੇ ਨਾਲ ਆਈ। ਉਹ ਸਰ 2 ਮਿੰਟ ਖਲੋਤੀ, ਸਿਰਫ 2 ਸਕਿੰਟ ਖਲੋਤੀ ਅਤੇ 4 ਮੁੰਡੇ ਚੜ੍ਹ ਗਏ। ਸਰ ਮੈਂ ਚੜ੍ਹਨ ਲੱਗਾ, ਟ੍ਰੇਨ ਤੁਰ ਪਈ ਅਤੇ ਪੈਰ ਰੱਖੇ ਹੀ ਹਲੇ
ਝਟਕਾ ਵੱਜਿਆ ਤੇ ਥੱਲੇ ਡਿੱਗ ਪਿਆ ਜੀ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸੀ ਡਿਵੀਜ਼ਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਿਵੀਜ਼ਨ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਸੁਖਜਿੰਦਰ ਸਿੰਘ ਚਨਾਰਥਲ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ। ਉਹਨਾਂ ਕਿਹਾ ਕਿ ਡਿਵੀਜ਼ਨ ਅਧੀਨ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਇੰਜੀਨੀਅਰ ਨੂੰ 3 ਵਾਰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ, ਪਰੰਤੂ ਸੰਬੰਧਿਤ ਇੰਜੀਨੀਅਰ ਵੱਲੋਂ ਬਾਰ-ਬਾਰ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਰਕੇ ਉਹ 14 ਸਤੰਬਰ ਨੂੰ ਧਰਨਾ ਦੇ ਰਹੇ ਹਨ। ਅੱਜ ਅਸੀਂ ਲਗਾਤਾਰ ਲਗਭਗ 1 ਮਹੀਨੇ ਦੇ ਦਰਮਿਆਨ ਹੋ ਗਿਆ ਸਾਡੇ ਮਾਨਯੋਗ ਕਾਰਜਕਾਰੀ ਇੰਜੀਨੀਅਰ ਨੂੰ ਚਾਰਜ ਲਿਆ। ਅਸੀਂ ਲਗਾਤਾਰ ਇਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਪਰ ਅਸੀਂ ਬਾਰ-ਬਾਰ ਇਹਨਾਂ ਤੋਂ ਫੋਨ ਕਰਕੇ ਵੀ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ। ਸਾਡੀਆਂ ਬਹੁਤ ਮੁੱਖ ਮੰਗਾਂ ਜਿਹੜੀਆਂ ਲਟਕ ਰਹੀਆਂ, ਜਿਹਦੇ ਵਿੱਚ ਵੀ ਸਾਡੇ ਦਰਜਾ 4 ਮੁਲਾਜ਼ਮਾਂ ਦੀ ਜਿਹੜੇ ਪੈਨਸ਼ਨਰਾਂ ਤੇ ਪ੍ਰਮੋਟ ਹੋ ਚੁੱਕੇ ਆ, ਉਹਨਾਂ ਦੀ ਜਿਹੜੀ ਸਪੈਸ਼ਲ ਇੰਕਰੀਮੈਂਟ ਲਾ ਕੇ ਜਿਹੜੀ ਪੈਨਸ਼ਨ ਕੇਸ ਰਿਵਾਈਜ਼ ਕੇਸ ਭੇਜਣੇ ਸੀਗੇ ਉਹ ਇੱਥੇ ਪੈਂਡਿੰਗ ਪਏ ਆ, ਜਿਹਦਾ ਕਾਰਨ ਇਸ ਗੱਲ ਦਾ ਵੀ ਭ੍ਰਿਸ਼ਟਾਚਾਰ ਆ ਵੀ ਉਹ ਪਹਿਲਾਂ ਜਿਹੜੇ ਮਤਲਬ ਜਿੰਨੇ ਵੀ 75 ਜਿਹੜੇ ਮੌਜੂਦਾ 4 ਕਲਾਸ ਦੀ ਉਹਨਾਂ ਦੀ ਸਪੈਸ਼ਲ ਇੰਕਰੀਮੈਂਟ ਲੱਗ ਚੁੱਕੀ ਆ, ਪਰ ਜਿਹੜੇ ਪ੍ਰਮੋਟ ਹੋਏ ਆ ਤੇ ਦੂਜੇ ਉਹਨਾਂ ਦੇ ਨਹੀਂ ਲਾ ਰਹੇ। ਅੱਜ ਐਕਸ਼ਨ ਸਾਹਿਬ ਨਾਲ ਸਾਨੂੰ ਉਹਨਾਂ ਨੇ 9:30 ਵਜੇ ਦਾ ਟਾਈਮ ਦਿੱਤਾ ਸੀ। ਅਸੀਂ 9:30 ਵਜੇ ਦਫ਼ਤਰ ਦੇ ਵਿੱਚ ਪਹੁੰਚੇ, ਪਰ ਇੱਥੇ ਲਗਾਤਾਰ ਸਾਡਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਤੇ ਨਾ ਹੁਣ ਜਦੋਂ ਮੀਟਿੰਗ ਕੀਤੀ ਆ ਤਾਂ ਮੀਟਿੰਗ ਕੀਤੀ ਉਹ ਸਾਰੀ ਡਾਕੂਮੈਂਟ ਦੇਣ ਦੇ ਬਾਵਜੂਦ, ਡਿਪਟੀ ਡਾਇਰੈਕਟਰ ਦਾ ਲੈਟਰ ਦੇਣ ਦੇ ਬਾਵਜੂਦ, ਸਰਕਾਰ ਦੀਆਂ ਹਦਾਇਤਾਂ ਦੇ ਦੇਣ ਦੇ ਬਾਵਜੂਦ, ਪਰ ਇਸ ਅਧਿਕਾਰੀ ਨੇ ਮਤਲਬ ਸਾਡੀ ਜਿਹੜੀ ਕੋਈ ਵੀ ਮੰਗ ਪ੍ਰਵਾਨ ਨਹੀਂ ਕੀਤੀ। ਇਸ ਕਰਕੇ ਅਸੀਂ ਤਾਲਮੇਲ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਵੀ 14/9 ਨੂੰ ਇੱਥੇ ਜ਼ਿਲ੍ਹਾ ਪੱਧਰੀ ਜਿਹੜਾ ਧਰਨਾ ਹੈ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਵਿਖੇ ਦਿੱਤਾ ਜਾਵੇਗਾ। ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਰੋਸ ਮਾਰਚ ਕੀਤਾ ਜਾਊਗਾ। ਅਸੀਂ ਸਥਾਨਕ MLA ਮੰਤਰੀ ਤੋਂ ਮੰਗ ਕਰਦੇ ਹਾਂ ਕਿ ਇਸ ਕਾਰਜਕਾਰੀ ਇੰਜੀਨੀਅਰ ਵਿਰੁੱਧ ਕਾਰਵਾਈ ਕੀਤੀ ਜਾਵੇ। ਨਾਭਾ ਵਿਖੇ ਕਿਸਾਨ ਜਥੇਬੰਦੀਆਂ ਦੇ ਲਖੀਮਪੁਰ ਖੀਰੀ ਮਾਮਲੇ ਵਿੱਚ ਮੋਦੀ ਸਰਕਾਰ ਅਤੇ ਅਜੇ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆ। ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਉਹਨਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਨੇ 4 ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਬੁਰੀ ਤਰ੍ਹਾਂ ਨਾਲ ਗੱਡੀ ਨੀਚੇ ਦਰੜ ਦਿੱਤਾ ਸੀ, ਪਰ ਅੱਜ ਵੀ ਆਪ ਟੈਣੀ ਮਿਸ਼ਰਾ ਆਪ ਗ੍ਰਹਿ ਮੰਤਰੀ ਦੇ ਅਹੁਦੇ ਤੇ ਨਿਯੁਕਤ ਹੈ ਤੇ ਉਸ ਨੂੰ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ। ਜਿਹੜਾ ਕਿ ਗ੍ਰਹਿ ਰਾਜ ਮੰਤਰੀ ਹੈ, ਜਿਨ੍ਹਾਂ ਨੇ ਉਹਦੇ ਬੇਟੇ ਨੇ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨਾਂ ਦੇ ਉੱਪਰ ਧੱਕੇ ਨਾਲ ਗੱਡੀ ਚੜਾ ਕੇ ਕਤਲ ਕੀਤਾ ਸੀ। ਉਹਦਾ ਮੁੰਡਾ ਭਾਵੇਂ ਜੇਲ੍ਹ 'ਚ ਹੈ, ਪਰ ਇਹਦਾ ਬਾਪ ਅਜੇ ਮਿਸ਼ਰਾ ਜਿਹੜਾ ਗ੍ਰਹਿ ਮੰਤਰੀ ਅੱਜ ਵੀ ਮੌਜੂਦ ਹੈ। ਔਰ ਜਿਹੜਾ ਕਿਸਾਨ ਲਖੀਮਪੁਰ ਦੇ ਵਿੱਚ 75 ਘੰਟੇ ਦਾ ਧਰਨਾ ਲਾ ਕੇ ਆਏ ਸੀ, ਉਸ ਤੋਂ ਬਾਅਦ ਇਸ ਟੈਨੀ ਨੇ ਬਹੁਤ ਭੱਦੀ ਸ਼ਬਦਾਵਲੀ ਜਿਹੜੀ ਆ ਕਿਸਾਨਾਂ ਦੇ ਖਿਲਾਫ ਵਰਤੀ ਹੈ। ਉਹਦੇ ਵਿਰੋਧ ਦੇ ਵਿੱਚ ਅੱਜ BJP ਦੇ ਆਗੂ ਵਿਕਾਸ ਸ਼ਰਮਾ ਦੇ ਦਫ਼ਤਰ ਵਿਸ਼ਾਲ ਸ਼ਰਮਾ ਦੇ ਦਫ਼ਤਰ ਦੇ ਮੂਹਰੇ ਅਸੀਂ ਅੱਜ ਅਜੇ ਮਿਸ਼ਰਾ ਟੈਨੀ ਦਾ ਪੁਤਲਾ ਫੂਕਿਆ ਕਿ ਜੇਕਰ ਇਹਨੂੰ ਗ੍ਰਿਫਤਾਰ ਕਰਕੇ ਬਰਖਾਸਤ ਕਰਕੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਗਲਾ ਜਿਹੜਾ ਸੰਘਰਸ਼ ਹੈ ਸੰਯੁਕਤ ਮੋਰਚੇ ਦੇ ਥੱਲੇ ਹੋਰ ਤੇਜ਼ ਕੀਤਾ ਜਾਵੇ। ਅਗਲਾ ਸੰਘਰਸ਼ ਜੋ ਸੰਯੁਕਤ ਮੋਰਚਾ ਪ੍ਰੋਗਰਾਮ ਦੇਗਾ, ਅਗਲਾ 6 ਤਰੀਕ ਦੀ ਜਿਹੜੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ, ਅੱਜ ਭਾਵੇਂ ਕੁਝ ਜਥੇਬੰਦੀਆਂ ਹੀ ਪੰਜਾਬ ਦੇ ਵਿੱਚ ਕਰ ਰਹੀਆਂ ਨੇ ਇਸ ਐਕਸ਼ਨ ਨੂੰ, ਪਰ ਅਗਲਾ ਜਿਹੜਾ ਸੰਯੁਕਤ ਮੋਰਚੇ ਦੇ ਤੇ ਬਹੁਤ ਵੱਡਾ ਜਿਹੜਾ ਪ੍ਰਦਰਸ਼ਨ ਕੀਤਾ ਜਾਊਗਾ ਜਿੰਨੀ ਦੇਰ ਤੱਕ ਉਹਨੂੰ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਜਿਹੜਾ ਇਹਨਾਂ ਨੇ ਮੈਨੂੰ ਅੱਜ ਮੰਗ ਪੱਤਰ ਦਿੱਤਾ, ਇਹ ਅੱਜ ਹੀ ਮੈਂ ਡੀ ਸਾਹਿਬ ਨੂੰ ਇਹਨਾਂ ਦਾ ਮੰਗ ਪੱਤਰ ਦੇ ਦੂੰਗਾ। ਜੋ ਇਹਨਾਂ ਦੀਆਂ ਮੰਗਾਂ ਨੇ ਵਿੱਚ ਲਿਖਿਆ ਵਿਸਤਾਰਪੂਰਵਕ ਮੈਂ ਡੀ ਸਾਹਿਬ ਨੂੰ ਦੱਸ ਦੂੰਗਾ। ਪੰਜਾਬ ਪੁਲਿਸ ਦੇ ਹੱਥ ਹੁਣ ਮੂਸਾ ਗੈਂਗ ਦੇ 12 ਗੈਂਗਸਟਰ ਲੱਗੇ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਹਨ। ਖੰਨਾ ਪੁਲਿਸ ਹੱਥੇ ਸਫਲਤਾ ਲੱਗੇ। ਇਹ ਗੈਂਗ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਕਈ ਹੋਰਨਾਂ ਸੂਬਿਆਂ ਵਿੱਚ ਫਰੌਤੀ ਮੰਗਦਾ ਸੀ, ਜਿਨ੍ਹਾਂ ਦੇ ਖਿਲਾਫ ਕਤਲ, ਡਕੈਤੀ ਵਰਗੇ ਕਈ ਸੰਗੀਨ ਮੁਕੱਦਮੇ ਦਰਜ ਹਨ। 25 अगस्त को एक इन्फॉर्मेशन आया था कि मूसा नाम का एक गैंग है जो कि खन्ना, फतेहगढ़ साहब, मोहाली, लुधियाना और आसपास के एरिया में ऑपरेट करता है। इनके पास नाजायज़ असले हैं, नाजायज़ इनके पास कारतूस है और ये लोगों को डरा धमका के, लोगों को सट मार करके बेसिकली ये लूट को का जो वारदात है उसको अंजाम देते हैं। तो 25 तारीख को बेसिकली हमें एक सीक्रेट इन्फॉर्मेशन आया जिसके बेसिस पे FIR नंबर 134 दर्ज किया गया था अंडर सेक्शन 392, 379B, 412 और 120B, साथ में आर्म्स एक्ट सेक्शन 25 लगा था। इसको 13 मेंबरों के खिलाफ ये पर्चा दर्ज करने के बाद
हम टोटल अभी तक 12 बंदों को हमने अरेस्ट कर लिया है और इनके पास से 5 पिस्टल 32 बोर, 4 पिस्टल 312 बोर, 10 कारतूस 315 बोर के और 51 कारतूस 32 बोर के हमने बरामद किए। इसके अलावा 2 व्हीकल भी बरामद हुआ है, 2 बेसबॉल बैट, 2 आयरन शॉर्ट, 1 नाइफ और 1 आयरन रोड रिकवर हुआ है। तो ये जो मूसा गैंग है जो आसपास के एरिया में ऑपरेट कर रहा था, इनके ऊपर कई पर्चे दर्ज है, मोर देन 60 पर्चे दर्ज हैं और ये कई सारे वारदात को अंजाम देने वाले थे। तो हमने इनको पकड़ के एक बड़ी सफलता हासिल की। ਇੱਕ ਪਾਸੇ ਤਾਂ ਸਰਕਾਰਾਂ ਆਮ ਜਨਤਾ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਾਉਣ ਦੇ ਦਾਅਵੇ ਕਰਦੀਆਂ ਹਨ, ਪਰ ਇਹ ਦਾਅਵੇ ਕਿੰਨੇ ਸੱਚ ਹਨ ਇਹ ਖੰਨਾ ਸ਼ਹਿਰ ਵਿੱਚ ਆ ਕੇ ਤੁਸੀਂ ਵੇਖ ਸਕਦੇ ਹੋ। ਗੱਲ ਕਰਦੇ ਹਾਂ ਖੰਨਾ ਸ਼ਹਿਰ ਦੇ ਟੈਂਕੀ ਨੰਬਰ 2 ਦੇ ਪਾਰਕ ਦੀ, ਜਿੱਥੇ ਉਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਹਾਲਾਂਕਿ 2 ਮਹੀਨੇ ਪਹਿਲਾਂ ਹਲਕਾ ਵਿਧਾਇਕ ਇੱਥੇ ਪਾਰਕ ਦਾ ਦੌਰਾ ਕਰਨ ਲਈ ਆਏ ਸਨ ਅਤੇ ਉਹਨਾਂ ਭਰੋਸਾ ਵੀ ਜਤਾਇਆ ਸੀ ਕਿ ਪਾਰਕ ਦੀ ਹਾਲਤ ਜਲਦੀ ਸੁਧਾਰੀ ਜਾਵੇਗੀ, ਪਰ ਇਹ ਕਦੋਂ ਸੁਧਰਦੀ ਹੈ ਸਮਾਂ ਦੱਸੇਗਾ। ਹਾਲਤ ਤਾਂ ਪਿਛਲੀ ਜਦੋਂ ਲਾਸਟ ਰਜੀਮ ਸੀ ਉਸ ਸਮੇਂ ਉਰੇ ਬੜਾ ਨਜਾਇਜ਼ ਇੱਕ ਇਹਨਾਂ ਨੇ ਉਹ ਬਣਾਉਣਾ ਸ਼ੁਰੂ ਕਰਤਾ ਸੀਗਾ ਬਾਇਓ ਡੀਗ੍ਰੇਡੇਬਲ ਦਾ ਪ੍ਰੋਜੈਕਟ। ਉਦੋਂ ਵੀ ਮੈਂ ਆਇਆ ਸੀਗਾ, ਮੈਂ ਆ ਕੇ ਸਾਰਾ ਪ੍ਰੋਜੈਕਟ ਰੁਕਾਇਆ ਸੀ, ਰੁਕਾ ਕੇ ਉਰੇ ਸ਼ੈੱਡ ਸ਼ੁੱਡ ਪਾਤੇ ਸੀ, ਉਰੇ ਡੀਕੰਪੋਸਟ ਕਰਨ ਲੱਗ ਗਏ ਸੀ। ਇਹ ਉਦੋਂ ਰੁਕਾਤਾ ਸੀਗਾ। ਰੁਕਾਉਣ ਤੋਂ ਬਾਅਦ ਇਹਨਾਂ ਨੇ ਅਸੀਂ ਪ੍ਰੋਮਿਸ ਕੀਤਾ ਸੀ ਕਿ ਜਦੋਂ ਆਪਣੀ ਸਰਕਾਰ ਆਊਗੀ ਆਪਾਂ ਇਹਨੂੰ ਪਾਰਕ ਵਧੀਆ ਬਣਾ ਕੇ ਦੇਵਾਂਗੇ, ਜਿਹਦੇ ਵਿੱਚ ਇਹਦਾ 32 ਲੱਖ ਰੁਪਏ ਦਾ ਟੈਂਡਰ ਹੋਇਆ। ਉਹਦੇ ਸੰਬੰਧ ਦੇ ਵਿੱਚ ਅਸੀਂ ਈਓ ਸਾਹਿਬ ਦੇ ਨਾਲ ਗੱਲ ਕਰਕੇ ਇਹਦੀ ਟੋਟਲ ਡਿਟੇਲ ਕਢਾ ਰਹੇ ਹਾਂ। ਡਿਟੇਲ ਕਢਾ ਕੇ ਇਹਦੇ ਨਕਸ਼ੇ ਦੇ ਮੁਤਾਬਿਕ ਪੂਰੇ ਪ੍ਰੋਪਰ ਪਾਰਕ ਮੇਨਟੇਨ ਹੋ ਜਾਵੇ, ਇਹਦਾ ਖਾਸ ਧਿਆਨ ਰੱਖੋ। ਪਾਰਕ ਦਾ ਇਹ ਇਸ਼ੂ ਹੈ ਜੀ ਵੀ ਅੱਜ ਅਸੀਂ ਲੱਖਾਪਾਦਾ ਨਗਰਪਾਲਿਕਾ ਪਾਰਕ ਖੰਨਾ, ਜਿਹਨੂੰ ਟੈਂਕੀ ਨੰਬਰ 2 ਪਾਰਕ ਵੀ ਕਹਿੰਦੇ ਆ, ਇਹ ਸਾਰੇ ਮੁਹੱਲਾ ਨਿਵਾਸੀ ਅੱਜ ਇਕੱਠੇ ਹੋ ਕੇ ਇੱਥੇ ਖੜੇ ਨੇ। ਤੇ ਅੱਜ ਐਮਐਲਏ ਸਾਹਿਬ ਵੀ ਇੱਥੇ ਕਣਕ ਵੰਡ ਸਮਾਰੋਹ 'ਚ ਆਏ ਸੀ, ਉਹਦੇ ਨਾਲ ਅਸੀਂ ਐਮਐਲਏ ਸਾਹਿਬ ਨੂੰ ਨਾਲ ਲੈ ਕੇ ਸਾਰੇ ਮੁਹੱਲਾ ਵਾਸੀਆਂ ਨੇ ਆਪਣੇ ਪਾਰਕ ਦੇ ਅੰਦਰ ਵਿਜ਼ਿਟ ਕਰਾਇਆ। ਤੁਸੀਂ ਦੇਖ ਸਕਦੇ ਹੋ ਵੀ ਪਾਰਕ ਦੇ ਅੰਦਰ ਇੰਨੀ ਵੱਡੀ ਜਿਹੜੀ ਆ ਗਾਜਰ ਬੂਟੀ ਘਾਹ ਖੜਾ ਏ ਔਰ ਸੱਪ ਨਿਕਲਦੇ ਨੇ ਔਰ ਉਰੇ ਜਿਹੜੇ ਨਸ਼ਈ ਨੇ ਉਹ ਵੀ ਬਹਿ ਕੇ ਨਸ਼ਾ ਕਰਦੇ ਨੇ ਲੋਕੇ, ਕਿਉਂਕਿ ਜਿਹੜਾ ਪਾਰਕ ਹੈ ਉਹਦਾ ਟੈਂਡਰ ਹੈ ਜਿਹੜਾ ਅੱਜ ਤੋਂ ਮੇਰਾ ਖਿਆਲ 1.5-2 ਸਾਲ ਪਹਿਲਾਂ ਹੋ ਚੁੱਕਿਆ ਸੀ ਔਰ 32,80,000 ਰੁਪਏ ਦਾ ਟੈਂਡਰ ਸੀ ਔਰ ਠੇਕੇਦਾਰ ਸਾਹਿਬ ਨੂੰ ਉਹ ਜਿਹੜਾ ਟੈਂਡਰ ਮਿਲਿਆ ਉਹਦੇ 'ਚ 6-7 ਮਹੀਨੇ ਹੁੰਦੇ ਨੇ, ਐਫੀਡੈਵਿਟ ਦਿੰਦੇ ਨੇ ਵੀ ਉਹਦੇ ਦੌਰਾਨ ਉਹਨਾਂ ਨੇ ਕੰਮ ਪੂਰਾ ਕਰਨਾ। ਪਰ ਅੱਜ ਆਈ ਥਿੰਕ 1.5 ਤੋਂ 2 ਸਾਲ ਹੋ ਗਏ। ਮੈਂ ਈਓ ਸਾਹਿਬ ਨੂੰ ਪਰਸਨਲੀ ਵੀ ਮਿਲਿਆ ਵੀ ਇਹਦਾ ਕੰਮ ਜਿਹੜਾ ਉਹ ਕਰਵਾਓ ਔਰ ਉਹਨਾਂ ਨੇ ਠੇਕੇਦਾਰ ਸਾਹਿਬ ਨੂੰ ਫੋਨ ਵੀ ਕੀਤਾ, ਪਰ ਠੇਕੇਦਾਰ ਸਾਹਿਬ ਜਿਹੜੇ ਨੇ ਉਹੀ ਕੰਮ ਹੈ ਬਈ ਅੱਜ ਥੋੜ੍ਹਾ ਜਿਹਾ ਕੰਮ ਕਰਦਾ, ਕੱਲ੍ਹ ਕਰਦਾ, ਲੇਕਿਨ ਇਹਦਾ ਹਜੇ 10-15% ਕੰਮ ਹੋਇਆ। ਆਲੇ ਦੁਆਲੇ ਬਾਉਂਡਰੀ ਵਾਲ ਹੈ ਜਿਹੜੀ ਉਹਨੂੰ ਢਾਹ ਦਿੱਤਾ ਗਿਆ, ਉੱਚੀ ਸੀਗੀ 7-8 ਫੁੱਟ ਔਰ ਉਹ ਜਿਹੜੀਆਂ ਇੱਟਾਂ ਨਿਕਲੀਆਂ ਨੇ ਉਹਨਾਂ ਦੀ ਫੁੱਟਪਾਥ ਬਣ ਰਹੇ ਨੇ ਔਰ ਸੀਮੈਂਟ ਜਿਹੜਾ ਹੈ ਉਹਦਾ ਨਾ ਮਾਤਰੀ ਵਿੱਚ ਪੈ ਰਿਹਾ ਔਰ ਤੁਸੀਂ ਦੇਖੋਗੇ ਜਾ ਕੇ ਉੱਥੇ ਇੱਟਾਂ ਜਿਹੜੀਆਂ ਪੁਰਾਣੀਆਂ ਲੱਗੀਆਂ ਹੋਈਆਂ ਨੇ ਔਰ ਰੇਤੇ ਨਾਲ ਹੀ ਲੱਗੀਆਂ ਹੋਈਆਂ ਨੇ ਔਰ ਲੁੱਕ ਕੇ ਕੰਮ ਪਿੱਛੇ ਕੀਤਾ ਜਾ ਰਿਹਾ। ਟੈਂਕਰ ਜਿਹੜਾ ਹੈ ਉਹ ਪਿੱਛੇ ਖੜਾ ਜਾ ਕੇ ਰੇਤਾ ਹੈ, ਕਿਸੇ ਨੂੰ ਮੁਹੱਲਾ ਨਿਵਾਸੀ ਨੂੰ ਪਤਾ ਨਹੀਂ ਲੱਗ ਰਿਹਾ ਵੀ ਕੰਮ ਕੀ ਹੋ ਰਿਹਾ। ਔਰ ਜਿਹੜੀਆਂ ਇਹ ਗ੍ਰਿਲਾਂ ਲੱਗੀਆਂ ਨੇ ਬਾਉਂਡਰੀ ਵਾਲ ਦੇ ਉੱਤੇ, ਉਹ ਜਿੱਥੇ ਗ੍ਰਿਲਾਂ ਲੱਗੀਆਂ ਉੱਥੋਂ ਇੱਟਾਂ ਨਿਕਲੀਆਂ ਨੇ ਸਾਰੀਆਂ ਔਰ ਉਹ ਇੱਟਾਂ ਜਿਹੜੀਆਂ ਨੇ ਉਹੀ ਇੱਥੇ ਲੱਗ ਰਹੀਆਂ ਨੇ, ਕੋਈ ਨਵੀਂ ਇੱਟ ਨਹੀਂ ਆ ਰਹੀ। ਤਾਂ ਸਾਡੀ ਇਹ ਮੰਗ ਹੈ ਬਈ, ਮੈਂ ਚਿੱਠੀ ਵੀ ਖੁਦ ਵੀ ਪਾਈ ਸੀ ਈਓ ਸਾਹਿਬ ਨੂੰ ਵੀ ਕਿ ਜਿਹੜਾ ਇਹ ਟੈਂਡਰ ਹੈ 6 ਮਹੀਨੇ ਦਾ ਹੁੰਦਾ, ਲੇਕਿਨ ਜਿਹੜਾ ਕੰਮ ਹੈ ਉਹ 6 ਮਹੀਨੇ ਦੇ ਵਿੱਚ ਹਜੇ 10-15% ਹੀ ਹੋਇਆ, ਬਾਕੀ ਸਾਰਾ ਕੰਮ ਹਜੇ ਪੈਂਡਿੰਗ ਹੈ। ਤਾਂ ਜਿਹੜੀਆਂ ਠੇਕੇ ਦੀਆਂ ਸ਼ਰਤਾਂ ਨੇ ਉਹਦੇ ਮੁਤਾਬਕ ਜਿਹੜਾ ਠੇਕੇਦਾਰ ਨੂੰ ਕੋਈ ਪੇਮੈਂਟ ਨਹੀਂ ਹੋਣੀ ਚਾਹੀਦੀ, ਕਿਉਂਕਿ ਠੇਕੇ ਦਾ ਕੰਮ ਹੀ ਜੋ ਆਪਾਂ ਨੇ ਕੰਮ ਠੇਕਾ ਦਿੱਤਾ ਸੀ ਉਹ ਪੂਰਾ ਹੀ ਨਹੀਂ ਹੋਇਆ। ਤਾਂ ਇਹਨੂੰ ਰੱਦ ਕਰ ਦੇਣਾ ਚਾਹੀਦਾ ਔਰ ਉਸ ਠੇਕੇਦਾਰ ਨੂੰ ਦੇਣਾ ਚਾਹੀਦਾ ਜਿਹੜਾ ਭੈਣ ਭਰਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੀ ਮੂੰਹ ਬੋਲੀ ਭੈਣ ਨੂੰ ਲੈ ਕੇ ਫਰਾਰ ਹੋ ਗਿਆ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਆਪਣੀ ਪਤਨੀ ਅਤੇ ਬੱਚੇ ਨੂੰ ਨਾਲ ਲੈ ਕੇ ਸ਼੍ਰੀਨਗਰ ਕੰਮ ਲਈ ਗਿਆ ਸੀ ਅਤੇ ਉੱਥੇ ਹੀ ਰਹਿੰਦਾ ਸੀ। ਜਿਹੜਾ ਲੜਕਾ ਭਜਾ ਕੇ ਲੈ ਕੇ ਗਿਆ ਹੈ ਉਹ ਸਾਡੇ ਘਰ ਵਿੱਚ ਰਹਿੰਦਾ ਸੀ ਅਤੇ ਸਾਡੀ ਨੂੰਹ ਪਾਸੋਂ ਰੱਖੜੀ ਬਣਵਾਉਂਦਾ ਸੀ, ਪਰ ਕੁਝ ਦਿਨ ਪਹਿਲਾਂ ਬੇਟੇ ਦਾ ਫੋਨ ਆਇਆ ਕਿ ਉਸ ਦੀ ਘਰਵਾਲੀ ਆਪਣੇ ਘਰ ਵਿੱਚ ਨਹੀਂ ਹੈ ਅਤੇ ਪ੍ਰੇਮੀ ਨਾਲ ਫਰਾਰ ਹੋ ਗਏ। ਸੇਵਾ ਸਿੰਘ ਨਾਂ ਜੇ ਮੇਰਾ, ਪਿੰਡ ਧਾਰੀਵਾਲ ਕਲਾਂ। ਤੇ ਇਹ ਜੋ ਘਟਨਾ ਹੋਈ ਆ ਇਹ ਸ਼੍ਰੀਨਗਰ ਦੇ ਵਿੱਚ ਹੋਈ ਆ, ਜੋ ਕਿ ਕੀ ਗੱਲਬਾਤ ਹੋਈ? ਉੱਥੇ ਇਹ ਗੱਲਬਾਤ ਹੋਈ ਆ ਵੀ ਲੜਕਾ ਜੋ ਮੇਰਾ ਤੇ ਨੌ ਉੱਥੇ ਰਹਿੰਦੇ, ਕਰਨਦੀਪ ਸਿੰਘ ਲੜਕਾ, ਗੁਰਪ੍ਰੀਤ ਕੌਰ ਨੌਂ ਹੈ ਸਾਡੀ, ਉਹ ਉੱਥੇ ਲੱਕੜ ਦਾ ਕੰਮ ਕਰਦਾ ਸੀ ਅਤੇ ਉੱਥੇ ਦੋਵੇਂ ਜੀ ਰਹਿੰਦੇ ਸੀ, ਨਾਲ ਛੋਟਾ ਬੱਚਾ ਸੀ ਉਹ ਵੀ ਉੱਥੇ ਰਹਿੰਦਾ ਸੀ। ਅਤੇ ਇਹਨਾਂ ਨੂੰ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਠੰਡੇ ਦੇ ਵਿੱਚ ਨਸ਼ੇ ਵਾਲੀ ਕੋਈ ਦਵਾਈ ਦਿੱਤੀ, ਕਿਉਂਕਿ ਸਾਡਾ ਜੋ ਕਰਨਦੀਪ ਸਿੰਘ ਆ ਉਹ ਕੋਈ ਨਸ਼ਾ ਨਹੀਂ ਕਰਦਾ, ਨਾ ਦਾਰੂ ਪੀਂਦਾ, ਨਾ ਸ਼ਰਾਬ ਪੀਂਦਾ, ਨਾ ਕੋਈ ਨਸ਼ਾ ਨਹੀਂ ਕਰਦਾ। ਅਤੇ ਇਹ ਕਰਕੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨਸ਼ਾ ਤਾਂ ਕੋਈ ਕਰਦਾ ਨਹੀਂ ਅਤੇ ਇਹਨੂੰ ਠੰਡੇ ਦੇ ਵਿੱਚ ਕੋਈ ਦਵਾਈ ਦੇ ਦਈਏ।
ਗੁਰਜੀਤ ਸਿੰਘ ਵੱਲੋਂ ਤੇ ਗੁਰਪ੍ਰੀਤ ਕੌਰ ਵੱਲੋਂ। ਅਖੌਤੀ ਬਾਬੇ ਕੋਲ ਜਾਣ ਵਾਲੇ ਇੰਦਰਜੀਤ ਨਿੱਕੂ ਦਾ ਚਾਰੇ ਪਾਸੇ ਚਰਚਾ ਹੋਈ ਸੀ। ਜਿੱਥੇ ਵਿਰੋਧ ਵੀ ਕੀਤਾ, ਉੱਥੇ ਲੋਕਾਂ ਦਾ ਸਾਥ ਵੀ ਮਿਲਿਆ। ਜੇਕਰ ਬਾਬੇ ਦੀ ਗੱਲ ਤੇ ਗੌਰ ਕਰੀਏ ਤਾਂ ਉਸਨੇ ਕਿਹਾ ਸੀ ਕਿ ਦਿਨ ਬਦਲ ਜਾਣਗੇ ਤੇ ਚੰਗੇ ਦਿਨ ਆਉਣਗੇ, ਅਤੇ ਉਹ ਆ ਵੀ ਗਏ। ਅੱਜ ਫਿਰ ਵੀ ਨਿੱਕੂ ਦੇਰ ਰਾਤ ਸ਼੍ਰੀ ਹਰਿਮੰਦਰ ਸਾਹਿਬ ਪਹੁੰਚਿਆ, ਜਿੱਥੇ ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗੀ। ਉਹਨਾਂ ਕਿਹਾ ਕਿ ਅੱਜ ਬਾਣੀ ਨਾਲ ਜੁੜਨ ਦੀ ਲੋੜ ਹੈ। ਆਮ ਲੋਕਾਂ ਲਈ ਰੂਲ ਵੱਖਰੇ ਅਤੇ ਨੇਤਾਵਾਂ ਦੇ ਲਾਡਲਿਆਂ ਲਈ ਕਾਨੂੰਨ ਵੱਖਰੇ। ਮਾਮਲਾ ਫਾਜ਼ਿਲਕਾ ਦਾ ਹੈ, ਜਿੱਥੇ ਸ਼ਾਸਤਰੀ ਚੌਂਕ ਕੋਲ ਇੱਕ ਨੌਜਵਾਨ ਨੂੰ ਪੁਲਿਸ ਨੇ ਘੇਰ ਲਿਆ ਕਿਉਂਕਿ ਉਹ ਆਪਣੇ ਸਕੂਟਰ ਤੇ ਹੂਟਰ ਲਗਾ ਕੇ ਬੈਠਾ ਸੀ। ਜਦੋਂ ਇਸ ਸ਼ਹਿਜ਼ਾਦੇ ਨੂੰ ਪੁੱਛਿਆ ਗਿਆ ਤਾਂ ਉਹ ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਦਾ ਮੁੰਡਾ ਨਿਕਲਿਆ। ਫਿਰ ਕਿਸੇ ਆਲਾ ਅਫਸਰ ਵੀ ਪਹੁੰਚ ਗਏ ਤੇ ਸਿਰਫ ਵਾਰਨਿੰਗ ਦੇ ਕੇ ਛੱਡ ਦਿੱਤਾ। ਜੇਕਰ ਇੱਥੇ ਕੋਈ ਆਮ ਆਦਮੀ ਦਾ ਮੁੰਡਾ ਹੁੰਦਾ ਤਾਂ ਉਸ ਦਾ ਸਕੂਟਰ ਬਾਉਂਡ ਤੱਕ ਕਰ ਦੇਣਾ ਸੀ। ਹਰਿਆਣਾ ਦੇ ਕੈਂਥਲ ਰੋਡ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੇਫੈਡ ਦੇ ਗੋਦਾਮ ਵਿੱਚ ਛਾਪੇਮਾਰੀ ਕੀਤੀ। ਦਰਅਸਲ ਸੂਚਨਾ ਮਿਲੀ ਸੀ ਕਿ ਕਣਕ ਦੇ ਪਾਣੀ ਪਾਇਆ ਜਾ ਰਿਹਾ ਹੈ ਅਤੇ ਉਸ ਨੂੰ ਰਾਜਸਥਾਨ ਦੇ ਡੀਪੂ ਵਿੱਚ ਸਪਲਾਈ ਲਈ ਭੇਜਿਆ ਜਾਣਾ ਹੈ। ਬਹਰਹਾਲ ਮਹਿਕਮੇ ਨੂੰ 15,000 ਅਜਿਹੇ ਗੱਟੇ ਮਿਲੇ ਜਿਨ੍ਹਾਂ ਦੇ ਪਾਣੀ ਦਾ छिड़काव किया हुआ सी। अभी शाम को माननीय उपायुक्त महोदय के निर्देश प्राप्त हुए कि प्योदा रोड पर कोई हैफेड का गोदाम है, जहाँ पे माननीय उपायुक्त महोदय को शिकायत मिली थी कि वहाँ पे गेहूं के स्टैक और पानी का छिड़काव किया जा रहा है। तो उनके निर्देश पर हम यहाँ पे गोदाम में आए और पानी की पाइप के माध्यम से यहाँ पे गेहूं के स्टैक पर छिड़काव का मौके पर ही हमें घटना मिली, जिसका टेक्निकल टीम द्वारा निरीक्षण करवाएगा, जिसका अराउंड अंदाजन 10 से 15,000 के बीच कट्टे हैं जिन पे पानी का छिड़काव किया गया है और इस पर जो भी नियमानुसार कार्रवाई है उसके लिए हम पुलिस को ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਅੱਜ ਸੁਖਬੀਰ ਬਾਦਲ ਜ਼ਿਲ੍ਹਾ ਡਿਵੈਲਪਮੈਂਟ ਐਡੀਸ਼ਨਲ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ, ਜਿੱਥੇ ਜਨਮੇਜਾ ਸਿੰਘ ਜੌਹਲ ਵੀ ਉਚੇਚੇ ਤੌਰ ਤੇ ਹਾਜ਼ਰ ਸਨ। ਉਹਨਾਂ ਕਿਹਾ ਕਿ ਕਾਂਗਰਸੀ ਸਰਕਾਰ ਵੇਲੇ ਮਨਰੇਗਾ ਦੇ ਤਹਿਤ ਬਹੁਤ ਦੁਰਉਪਯੋਗ ਕੀਤਾ ਗਿਆ ਹੈ ਤੇ ਡਿਪਟੀ ਕਮਿਸ਼ਨਰ ਨੂੰ ਜਾਂਚ ਲਈ ਕਿਹਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਵੱਡਾ ਕਪੜਾ ਬਾਹਰ ਆਉਣ ਦੀ ਆਸ ਹੈ। ਅੱਜ ਮੈਂ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਦੀ ਦਿਸ਼ਾ ਦੀ ਮੀਟਿੰਗ ਦੀ ਅੱਜ ਰਿਵਿਊ ਕੀਤਾ। ਦਿਸ਼ਾ ਦੀ ਮੀਟਿੰਗ ਹੁੰਦੀ ਹੈ ਮੈਂਬਰ ਪਾਰਲੀਮੈਂਟ ਡਿਪਟੀ ਕਮਿਸ਼ਨਰ ਦੇ ਸਾਰੇ ਅਫਸਰਸ ਨਾਲ ਮੀਟਿੰਗ ਕਰਕੇ ਜਿੰਨੀਆਂ ਗਵਰਨਮੈਂਟ ਆਫ ਇੰਡੀਆ ਸਕੀਮਾਂ ਉਹਨੂੰ ਰਿਵਿਊ ਕੀਤਾ। ਮੈਂ ਜਿਹੜੀ ਇੱਥੇ ਇੱਕ ਗੱਲ ਦੇਖੀ ਹੈ ਕਿ ਜਿਹੜੀ ਪਿਛਲੇ 4-5 ਸਾਲਾਂ ਜਦੋਂ ਕਾਂਗਰਸ ਦਾ ਰਾਜ ਸੀ, ਪਿੰਡਾਂ ਵਿੱਚ ਨਰੇਗਾ ਦਾ ਬੜਾ ਮਿਸਯੂਜ਼ ਹੋਇਆ। ਇੰਟਰਲੋਕਿੰਗ ਟਾਈਲਾਂ ਦੇ ਬਹਾਨੇ 'ਚ ਕਾਂਗਰਸ ਸਰਪੰਚਾਂ ਨੇ ਆਪਣੀਆਂ ਫੈਕਟਰੀਆਂ ਲਾਈਆਂ, ਲੀਡਰਾਂ ਨੇ ਆਪਣੀ ਫੈਕਟਰੀਆਂ ਲਾਈਆਂ। ਉਹਨਾਂ ਨੇ ਆਪਣੀਆਂ ਹੀ ਫੈਕਟਰੀਆਂ ਤੋਂ ਸਬ ਸਟੈਂਡਰਡ ਇੰਟਰਲੋਕਿੰਗ ਟਾਈਲਾਂ ਖਰੀਦ ਕੇ ਉਹਨੇ ਪਿੰਡਾਂ 'ਚ ਲਾਈਆਂ। ਅਤੇ ਮੈਂ ਡਿਪਟੀ ਕਮਿਸ਼ਨਰ ਨੂੰ ਅੱਜ ਡਾਇਰੈਕਸ਼ਨ ਦਿੱਤੀ ਹੈ ਕਿ ਵਿਦਨ 2-3 ਮੰਥ ਸਾਰੀ ਇਨਕੁਆਇਰੀ ਕੀਤੀ ਜਾਏ, ਪਤਾ ਲੱਗਿਆ ਜਾਏ ਕਿ ਕਿਹਦੀ ਫੈਕਟਰੀ ਹੈ, ਕਿੱਥੋਂ ਆਇਆ, ਕਿੰਨੀ ਕੁਆਲਿਟੀ ਹੈ, ਸਾਰਾ ਦਾ ਰਿਵਿਊ ਕੀਤਾ ਜਾਏ। ਅਤੇ ਮੈਂ ਕਰ ਦੇਣਾ ਜਦੋਂ ਇਨਕੁਆਇਰੀ ਆਊਗੀ ਤੁਸੀਂ ਆਪ ਦੇਖੋਗੇ ਕਿੰਨਾ ਕਰੋੜਾਂ ਦਾ ਘਪਲਾ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਇਹਨਾਂ ਦੇ ਲੀਡਰਾਂ ਅਤੇ ਮੰਤਰੀਆਂ ਅਤੇ ਸਰਪੰਚਾਂ ਨੇ ਕੀਤਾ। ਦੂਜੀ ਗੱਲ ਜਿਹੜੀ ਮੈਂ ਇੱਥੇ ਰਿਵਿਊ ਕੀਤੀ ਹੈ ਕਿ ਜਿਹੜਾ PGI ਸੈਟੇਲਾਈਟ ਸੈਂਟਰ ਹੈ, ਮੈਂ ਹੁਣ ਕਹਾ ਕਿ ਤੁਸੀਂ ਗਵਰਨਮੈਂਟ ਆਫ ਪੰਜਾਬ ਬੜਾ ਦੁੱਖ ਹੈ ਕਿ ਫੋਲੋ ਅਪ ਹੀ ਨਹੀਂ ਕਰ ਰਹੀ ਗਵਰਨਮੈਂਟ ਆਫ ਇੰਡੀਆ ਨਾਲ। ਪਿਛਲੇ 5 ਸਾਲ ਇਹਨਾਂ ਨੇ ਟਪਾਤੇ ਕਾਂਗਰਸ ਨੇ, ਅਤੇ ਅਸੀਂ ਤਾਂ ਪਰਮਾਤਮਾ ਮਿਹਰ ਕਰਦਾ ਸਾਡੀ ਸਰਕਾਰ ਹੁੰਦੀ ਤਾਂ ਅੱਜ ਤਾਂ ਅਸੀਂ ਸ਼ੁਰੂ ਵੀ ਕਰ ਦੇਣਾ ਸੀ PGI ਸੈਂਟਰ, ਇੱਥੇ ਜਿਹੜਾ ਹਸਪੀਟਲ ਹੈਗਾ PGI ਦਾ ਇੱਥੇ ਸੈਂਟਰ। ਪਰ ਅਫਸੋਸ ਮੈਂ ਹੁਣੀ ਪਤਾ ਕੀਤਾ ਕੋਈ ਐਕਸ਼ਨ ਨਹੀਂ, ਕੋਈ ਉਹਨਾਂ ਦਾ ਇੰਟਰਸਟ ਹੀ ਹੈ ਨਹੀਂ ਇਹ ਬੁਲਾਉਣ ਦਾ। ਅਤੇ ਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਮੈਨੂੰ ਸਾਰੀ ਡਿਟੇਲ ਦਿਓ ਅਤੇ ਫਿਰ ਮੈਂ ਜਿਸ ਲੈਵਲ 'ਤੇ ਲੈ ਕੇ ਜਾਣਾ ਮੈਂ ਉਸ ਲੈਵਲ 'ਤੇ ਲੈ ਕੇ ਜਾਊਂਗਾ। ਤੀਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਹੈ ਕਿ ਅੱਜ ਪੰਜਾਬ ਵਿੱਚ ਗੈਂਗਸਟਰਾਂ ਦਾ ਰਾਜ ਹੈ, ਮੁੱਖ ਮੰਤਰੀ ਗੈਂਗਸਟਰ ਬਣ ਗਏ ਹੈ। ਅਬ ਸਾਰਾ ਸੂਬੇ ਨੂੰ ਕੰਟਰੋਲ ਕਰ ਲਿਆ ਗੈਂਗਸਟਰਾਂ ਨੇ। ਗੈਂਗਸਟਰ ਜਿਹਤੋਂ ਮਰਜ਼ੀ ਚਾਹਣ ਉਹਨੂੰ ਉਹ ਤੋਂ ਲੁੱਟੀ ਜਾਂਦੇ ਆ, ਪੈਸਾ ਇਕੱਠੀ ਜਾਂਦੇ ਆ। ਉਹਨਾਂ ਦੀ ਹਿੰਮਤ ਇੰਨੀ ਵੱਧ ਗਈ ਕਿ DGP ਤੇ ਇਹਨਾਂ ਨੂੰ ਥ੍ਰੈਟ ਦੇਣ ਲੱਗ ਗਏ ਕਿ ਜੇ ਸਾਡੇ ਜੇਲ੍ਹਾਂ 'ਚ ਸਾਡੇ ਕਿਸੇ ਮਿੱਤਰ ਨੂੰ ਤੁਸੀਂ ਕੋਈ ਤੰਗ ਕੀਤਾ ਫਿਰ ਅਸੀਂ ਦੇਖਾਂ ਵੱਡੇ ਹਾਦਸਾ ਕਰਨਗੇ। ਕਾਰਨ ਕੀ ਹੈ ਕਿ ਪੁਲਿਸ ਫੇਲ ਹੋ ਗਈ ਹੈ, ਮੁੱਖ ਮੰਤਰੀ ਫੇਲ ਹੈ, ਪਤਾ ਹੀ ਨਹੀਂ ਮੁੱਖ ਮੰਤਰੀ ਚਲਾ ਕੀ ਰਿਹਾ। ਗੈਂਗਸਟਰ ਜੇ ਇੱਥੇ ਕੰਮ ਚੱਲਦਾ ਰਿਹਾ ਪੰਜਾਬ 'ਚ ਕਿਸੇ ਨੇ ਰਹਿਣਾ ਨਹੀਂ, ਨਾ ਕੋਈ ਇੰਡਸਟਰੀ ਹੈ, ਨਾ ਇੱਥੇ ਕੋਈ ਬਿਜ਼ਨਸ ਕਰੇ, ਕੋਈ ਸਾਰਿਆਂ ਨੂੰ ਤਾਂ ਲੁੱਟ ਲਿਆ ਗੈਂਗਸਟਰਾਂ ਨੇ। ਤਾਂ ਮੈਂ DGP ਨੂੰ ਕਹਿਣਾ ਚਾਹੁੰਦਾ, ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ, ਆਹ ਡਰਾਮੇ ਜੇ ਕਰਨੇ ਬੰਦ ਕਰੋ, ਸਰਕਾਰ ਚਲਾਓ, ਅਤੇ ਸਭ ਤੋਂ ਇੰਪੋਰਟੈਂਟ ਹੈ ਆਹ ਗੈਂਗਸਟਰਾਂ ਦਾ ਗੁੰਡਾ ਰਾਜ ਖਤਮ ਕਰੋ।
ਅੰਮ੍ਰਿਤਸਰ ਦੇ ਮੈਡੀਕਲ ਇਨਕਲੇਵ ਵਿੱਚ ਕੋਠੀ ਵਿੱਚ ਘਰ ਦਾ ਕੰਮ ਕਰਨ ਵਾਲੀ ਰੀਤੂ ਬਾਲਾ ਵੱਲੋਂ ਘਰ ਦੇ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਕੋਠੀ ਦੇ ਮਾਲਕਾਂ ਤੇ ਵੀ ਕੀਤੇ ਗਏ। ਫਾਹਾ ਲੈਣ ਤੋਂ ਪਹਿਲਾਂ ਵੀ ਰੀਤੂ ਬਾਲਾ ਦੇ ਵੱਲੋਂ ਇੱਕ ਸੁਸਾਈਡ ਨੋਟ ਵੀ ਲਿਖਿਆ ਗਿਆ, ਜਿਸ ਵਿੱਚ ਉਸ ਦੇ ਵੱਲੋਂ ਇੱਕ ਨੌਜਵਾਨ ਦਾ ਜ਼ਿਕਰ ਕੀਤਾ ਗਿਆ ਸੀ। ਉਸ ਵੱਲੋਂ ਲਿਖਿਆ ਗਿਆ ਹੈ ਕਿ ਉਸ ਦੇ ਵੱਲੋਂ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਇਸੇ ਕਰਕੇ ਉਹ ਆਤਮ ਹੱਤਿਆ ਕਰ ਰਹੀ ਹੈ। ਮੇਰੀ ਇੱਥੇ ਕੰਮ ਕਰਦੀ ਸੀ, ਸਾਲ ਹੋ ਗਿਆ ਨੂੰ ਰਹਿੰਦੀ ਨੂੰ ਇੱਥੇ। ਹਾਂਜੀ, ਘਰ ਦੇ ਵਿੱਚ ਹੀ ਕੰਮ ਕਰਦੀ ਸੀ ਤੇ ਉਦੋਂ ਦੀ ਤੇ ਸਾਨੂੰ ਕੋਈ ਗੱਲਬਾਤ ਦਾ ਨਹੀਂ ਸਾਨੂੰ ਕੋਈ ਦਾ ਪਤਾ ਲੱਗਾ। ਆ 2 ਮਹੀਨੇ ਹੋ ਗਏ ਆ ਸਾਨੂੰ ਕਿਸੇ ਇਹਨਾਂ ਗੱਲ ਦੱਸੀ ਆ ਵੀ ਆ ਗੱਲ ਆ, ਕਿਸੇ ਮੁੰਡੇ ਦਾ ਫੋਨ ਆਉਂਦਾ, ਪਤਾ ਨਹੀਂ ਕੀ ਆਉਂਦਾ ਕੀ ਨਹੀਂ, ਕਿ ਜਾਂ ਇਹ ਝੂਠ ਮਾਰਦੇ ਕਿ ਜਾਂ ਉਹ ਝੂਠ ਮਾਰਦੇ ਆ। ਇਹਨਾਂ ਨੂੰ ਮੈਂ ਕਿਹਾ ਵੀ ਜੇ ਕੋਈ ਪਰੇਸ਼ਾਨੀ ਆ ਤੇ ਗੁੱਡੀ ਮੇਰੀ ਨੂੰ ਮੇਰੇ ਕੋਲ ਭੇਜ ਦਿਓ, ਅਸੀਂ ਲੈ ਜਾਣਾ। ਇਹ ਕਹਿੰਦੇ ਵੀ ਸਾਨੂੰ ਗੁੱਡੀ ਨਹੀਂ ਕੋਈ ਮਿਲਣੀ, ਸਾਡਾ ਕੰਮ ਬੰਦ ਹੋ ਜਾਣਾ। ਇਹਨਾਂ ਕੰਮ ਬੰਦ ਦਾ ਕਰਕੇ ਮੇਰੀ ਗੁੱਡੀ ਨੂੰ ਭੇਜਿਆ ਨਹੀਂ। ਅੱਜ ਮੇਰੀ ਗੁੱਡੀ ਪਤਾ ਨਹੀਂ ਕਿੰਨੀ ਕੁ ਪਰੇਸ਼ਾਨੀ, ਪਰ ਮੈਨੂੰ ਨਹੀਂ ਦੱਸਿਆ। ਫਿਰ ਉਹਨੂੰ ਮੈਂ ਗੁੱਡੀ ਨਾਲ ਮੇਰੀ ਗੱਲ ਹੋਈ, ਮੈਂ ਕਿਹਾ ਪੁੱਤ ਗੱਲ ਕੀ ਹੈ? ਕਹਿੰਦੀ ਡੈਡੀ ਜੋ ਮੇਰੀ ਗੱਲ ਹੋ ਗਈ, ਮੇਰੀ ਕੋਈ ਗੱਲ ਨਹੀਂ ਕਿਸੇ ਨਾਲ, ਕੋਈ ਗੱਲਬਾਤ ਨਹੀਂ ਆ, ਪਰ ਮੈਨੂੰ ਬੜੀ ਪਰੇਸ਼ਾਨ ਆ ਮੈਂ। ਪਰ ਮੇਰੇ ਕੋਲ ਗੱਲ ਨਹੀਂ ਉਹਨੇ ਕੀਤੀ ਵੀ ਮੈਂ ਡੈਡੀ ਪਰੇਸ਼ਾਨ ਆ ਜਾਂ ਕਿੱਦਾਂ ਆ। ਜੇ ਪਰੇਸ਼ਾਨ ਹੁੰਦੀ ਮੈਨੂੰ ਦੱਸ ਸਕਦੀ ਮੈਂ ਆਪਣੇ ਕੋਲ ਲੈ ਜਾਂਦਾ। ਪਰ ਇਹਨਾਂ ਘਰ ਵਾਲਿਆਂ ਨੇ ਗੁੱਡੀ ਮੇਰੀ ਨੂੰ ਭੇਜਿਆ ਨਹੀਂ। ਭਾਜੀ ਕੋਈ ਗੱਲ ਨਹੀਂ, ਬਸ ਇੱਕੋ ਹੀ ਗੱਲ ਕਹਿੰਦੇ ਰਹੇ, ਭਾਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹਨਾਂ ਨੇ ਬਸ ਇੱਕੋ ਹੀ ਰੱਟ ਲਾਈ ਆ ਵੀ ਕੋਈ ਗੱਲ ਨਹੀਂ। ਅਵਾਰਾ ਪਸ਼ੂ ਹਰ ਰੋਜ਼ ਇਨਸਾਨੀ ਜਾਨਾਂ ਲੈ ਰਹੇ ਹਨ। ਇਹਨਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਹੈ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦਾ ਹੈ, ਜਿੱਥੇ ਦਲਜੀਤ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਨਾਲ ਮੌਤ ਹੋ ਗਈ। ਹਾਦਸਾ ਰਾਤ ਕਰੀਬ 8 ਵਜੇ ਪੇਸ਼ ਆਇਆ, ਜਦੋਂ ਸਕੂਟਰੀ ਤੇ ਸਵਾਰ ਇਹ ਨੌਜਵਾਨ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਗਾਂ ਅੱਗੇ ਆ ਗਈ ਅਤੇ ਜਿਸ ਕਰਕੇ ਇਸ ਦੇ ਸਿਰ ਉੱਪਰ ਗੰਭੀਰ ਸੱਟ ਲੱਗੀ ਤੇ ਇਸ ਦੀ ਮੌਤ ਹੋ ਗਈ। ਜਿਹੜਾ ਦਲਜੀਤ ਸਿੰਘ ਮੇਰਾ ਭਾਣਜਾ ਹੈ ਜੀ, ਕੰਮ ਤੋਂ ਆ ਰਹੇ ਸੀਗਾ ਦੁਕਾਨ ਤੋਂ, ਤੇ ਰਾਤ ਤਕਰੀਬਨ 8 ਦੇ ਕਰੀਬ ਦਾ ਟਾਈਮ ਸੀਗਾ। ਆਉਂਦੇ ਪਏ ਤਲਵੰਡੀ ਤੋਂ ਜਿਹੜਾ ਸੁਲਤਾਨਪੁਰ ਰੋਡ ਆ, ਫੈਲਕਨ ਸਕੂਲ ਦੇ ਕੋਲ ਐਕਸੀਡੈਂਟ ਹੋਇਆ ਜੀ। ਅਵਾਰਾ ਪਸ਼ੂ ਜੇ ਵਿੱਚ ਵੱਜੀ ਆ ਜੀ, ਬਾਈਕ ਤੇ ਸੀਗਾ। ਹਾਂਜੀ, ਉਸ ਤੋਂ ਬਾਅਦ ਜਿੱਥੇ ਸਿਵਲ ਹਸਪੀਟਲ ਸੁਲਤਾਨਪੁਰ ਲੈ ਕੇ ਆਂਦਾ ਜੀ। ਇੱਥੇ ਚਲੋ ਜੋ ਵੀ ਇਹਨਾਂ ਥੋੜਾ ਬਹੁਤ ਟ੍ਰੀਟਮੈਂਟ ਕੀਤਾ ਜੀ, ਤੇ ਸਾਨੂੰ ਫਿਰ ਅਸੀਂ ਆਪਣੇ ਪ੍ਰਾਈਵੇਟ ਵਹੀਕਲ 'ਚ ਲੈ ਕੇ ਗਏ। ਸਾਨੂੰ ਐਂਬੂਲੈਂਸ ਨਹੀਂ ਮਿਲੀ ਇਹਨਾਂ ਕੋਲੋਂ ਜੀ। ਇੱਥੋਂ ਨਸ਼ੇ ਨੂੰ ਰੋਕਣ ਦੇ ਲਈ ਸਰਹੱਦੀ ਕਸਬਾ ਕਲਾਨੌਰ ਵਿੱਚ ਚਲਾਏ ਗਏ ਚੈਕਿੰਗ ਅਭਿਆਨ ਦੌਰਾਨ ਥਾਣਾ ਕਲਾਨੌਰ ਦੀ ਪੁਲਿਸ ਨੇ ਇੱਕ ਨਸ਼ਾ ਤਸਕਰ ਦੇ ਘਰ ਰੇਡ ਕਰਕੇ ਉਸ ਦੌਰਾਨ 20 ਗ੍ਰਾਮ ਹੈਰੋਇਨ, ਨਸ਼ੇ ਦੀਆਂ ਗੋਲੀਆਂ ਤੇ 65,000 ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ। ਤਸਕਰ ਦੀਆਂ 3 ਗੱਡੀਆਂ ਵੀ ਕੀਤੀਆਂ ਜ਼ਬਤ। ਸਮੇਂ-ਸਮੇਂ ਤੇ ਕਰ ਰਿਹਾ ਸੀ ਇਹ ਨਸ਼ਾ ਤਸਕਰੀ ਦੇ ਕੰਮ। ਬਾਹਰ ਵਾਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਕਲਾਨੌਰ ਏਰੀਏ ਨੂੰ ਪ੍ਰੋਪਰ ਖੋਡਨ ਤੇ ਘੇਰਾਬੰਦੀ ਕਰਕੇ ਕਰੀਬ 32 ਘਰਾਂ ਦੀ ਅੱਜ ਸਰਚ ਕੀਤੀ ਗਈ ਆ। ਸਰਚ ਦੇ ਦੌਰਾਨ ਵੱਖ-ਵੱਖ ਪਾਰਟੀਆਂ ਬਣਾਈਆਂ ਗਈਆਂ ਸੀ ਤੇ ਇੱਕ ਪਾਰਟੀ ਦੀ ਅਗਵਾਈ ਮੇਰੇ ਵੱਲੋਂ ਕੀਤੀ ਗਈ, ਜੋ ਦੌਰਾਨੇ ਸਰਚ ਬਲਵਿੰਦਰ ਸਿੰਘ ਉਰਫ ਬਿੱਲੀ ਪੁੱਤਰ ਅਜੀਤ ਸਿੰਘ ਵਾਸੀ ਕਾਰ ਕਲੋਨੀ ਕਲਾਨੌਰ ਦੇ ਘਰ ਸਰਚ ਦੇ ਦੌਰਾਨ 20 ਗ੍ਰਾਮ ਹੈਰਨ, 1200 ਟੈਬਲੇਟ ਨਸ਼ੀਲੀਆਂ ਗੋਲੀਆਂ ਤੇ ਲਾਈਟਰ ਤੇ ਹੋਰ ਜਿਹੜਾ ਇਹਦਾ ਨਸ਼ੇ ਨੂੰ ਯੂਜ਼ ਕਰਨ ਵਾਸਤੇ ਜਿਹੜਾ ਸਮਾਨ ਆ ਉਹ ਬਰਾਮਦ ਕੀਤਾ। ਤੇ ਇਹਦੀਆਂ 3 ਗੱਡੀਆਂ ਜਿਹੜੀਆਂ ਉਹ ਨਸ਼ੇ ਦੇ ਕੰਮ ਵਾਸਤੇ ਜਿਹੜਾ ਯੂਜ਼ ਕਰਦਾ, 2 ਇਨੋਵਾ ਤੇ ਇੱਕ SR ਗੱਡੀ ਹੈਗੀ ਆ, ਉਹ ਵੀ ਜਿਹੜੀਆਂ ਕਬਜ਼ੇ ਵਿੱਚ ਲਈਆਂ ਨੇ। ਇਹ ਜਿਹੜਾ ਵਾ ਕਾਫੀ ਇਹਨੇ ਮਤਲਬ ਨਸ਼ੇ ਦਾ ਜਿਹੜਾ ਆਪਣਾ ਜਾਲ ਵਿਛਾਇਆ ਸੀਗਾ। ਇਹਨੂੰ ਰਿਕਵਰੀ ਸਮੇਤ ਅੱਜ ਗ੍ਰਿਫਤਾਰ ਕਰਕੇ ਤੇ ਇਹਦੀ ਅਰੈਸਟ ਪਾਈ ਆ। ਪੱਟੀ ਦੇ ਨਜ਼ਦੀਕ ਪਿੰਡ ਠੱਕਰਪੁਰਾ ਵਿਖੇ ਸਕੂਲ ਦੇ ਨਜ਼ਦੀਕ ਈਸਾਈ ਭਾਈਚਾਰੇ ਦੀ ਬਣੀ ਚਰਚ ਅੰਦਰ ਰਾਤ 12:30 ਵਜੇ ਦੇ ਕਰੀਬ 4 ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਪਹਿਲਾਂ ਸਿਕਿਉਰਿਟੀ ਗਾਰਡ ਦੇ ਸਿਰ ਤੇ ਪਿਸਤੌਲ ਤਾਣ ਕੇ ਉਸ ਦੀਆਂ ਬਾਹਾਂ ਬੰਨੀਆਂ ਅਤੇ ਫਿਰ ਚਰਚ ਦੀ ਉੱਪਰਲੀ ਮੰਜ਼ਿਲ ਤੇ ਬਣੀ ਮਾਤਾ ਮਰੀਅਮ ਦੀ ਮੂਰਤੀ ਦੀ ਭੰਨਤੋੜ ਕੀਤੀ, ਜਿਸ ਤੋਂ ਬਾਅਦ ਉਹਨਾਂ ਚਰਚ ਅੰਦਰ ਖੜੀ ਕਾਰ ਨੂੰ ਅੱਗ ਲਗਾ ਦਿੱਤੀ। ਜਾਂਦੇ ਸਮੇਂ ਅਣਪਛਾਤੇ ਵਿਅਕਤੀ ਮਾਤਾ ਮਰੀਅਮ ਦੀ ਮੂਰਤੀ ਦਾ ਸਿਰ ਵੀ ਆਪਣੇ ਨਾਲ ਲੈ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਿੱਥੇ ਈਸਾਈ ਭਾਈਚਾਰੇ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋ ਗਏ, ਉੱਥੇ ਹੀ SSP ਰਣਜੀਤ ਸਿੰਘ ਢਿੱਲੋਂ ਵੀ ਮੌਕੇ ਤੇ ਪਹੁੰਚੇ ਤੇ ਪੁਲਿਸ ਫੋਰਸ ਸਮੇਤ ਪਹੁੰਚ ਕੇ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ। ਵੀਰੇ ਤੁਹਾਡਾ? ਮੇਰਾ ਨਾਮ ਜੀ ਪਰਵੇਜ਼ ਮਸੀਹ ਆ। ਜਿਹੜੀ ਇਹ ਘਟਨਾ ਵਾਪਰੀ ਠੱਕਰਪੁਰੇ, ਵੀਰੇ ਕੀ ਕਹਿਣਾ ਚਾਹੁੰਦੇ ਹੋ ਤੇ ਕੀ? ਮੈਂ ਇਸ ਬਾਰੇ ਇਹ ਕਹਿਣਾ ਚਾਹੁੰਦਾ ਜੀ, ਇਹ ਘਟਨਾ ਜਿਹੜੀ ਵਾਪਰੀ ਹੈ, ਸਟੈਚੂ ਹੀ ਨਹੀਂ ਤੋੜਿਆ, ਇਹ ਈਸਾਈ ਬਰਾਦਰੀ ਦੇ ਦਿਲਾਂ ਨੂੰ ਬਲੂੰਦਰਿਆ ਗਿਆ ਹੈ। ਇਹ ਜਿਨ੍ਹਾਂ ਵੀ ਇਹ ਸ਼ਰਾਰਤੀ ਅਨਸਰਾਂ ਨੇ ਇਹ ਸਟੈਚੂ ਤੋੜ ਕੇ ਸਾਡੇ ਮਾਂ ਤੇ ਪਿਓ ਦੀ ਬੇਅਦਬੀ ਕੀਤੀ ਆ, ਇਹ ਬਹੁਤ ਹੀ ਨਿੰਦਣਯੋਗ ਗੱਲ ਆ। ਅਸੀਂ ਇਸ ਗੱਲ ਤੇ ਬੜਾ ਦੁਖੀ ਹੋਏ ਆ ਕਿ ਅਸੀਂ ਈਸਾਈ ਬਰਾਦਰੀ ਸ਼ਾਂਤੀ ਦਾ ਸੰਦੇਸ਼ ਦਿੰਦੇ ਆ, ਲੜਾਈ ਝਗੜੇ ਵਾਲਾ ਕਦੀ ਕੋਈ ਕੰਮ ਨਹੀਂ ਕਰਦੇ, ਫਿਰ ਵੀ ਸਾਡੇ ਦਿਲਾਂ ਨੂੰ ਬਲੂੰਦਰਿਆ ਗਿਆ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਆ
ਕਿ ਸਾਨੂੰ ਇਨਸਾਫ ਚਾਹੀਦਾ। ਸਮਰਾਲਾ ਦੇ ਨੇੜਲੇ ਪਿੰਡ ਪਰਥਾਲਾ ਤੋਂ ਅੱਜ ਦਿਨ ਚੜ੍ਹਦੇ ਹੀ ਇੱਕ ਬਹੁਤ ਮਾੜੀ ਖਬਰ ਸਾਹਮਣੇ ਆਈ ਹੈ। ਇੱਥੇ ਪਿੰਡ ਦੇ 65 ਸਾਲਾ ਬਜ਼ੁਰਗ ਨੇ ਪਿੰਡ ਦੇ ਖੂਹ ਵਿੱਚ ਰੱਸੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਵੇਂ ਹੀ ਪਿੰਡ ਦੇ ਲੋਕਾਂ ਨੂੰ ਇਹ ਘਟਨਾ ਦਾ ਪਤਾ ਲੱਗਿਆ ਤਾਂ ਸੋਗ ਦੀ ਲਹਿਰ ਦੌੜ ਪਈ। ਘਟਨਾ ਸਥਾਨ ਤੇ ਹਾਜ਼ਰ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਦੀ ਨੂੰਹ ਪਿੰਡ ਦੇ ਬੇਰਕਾ ਮਿਲਕ ਸੁਸਾਇਟੀ ਦੀ ਪ੍ਰਧਾਨ ਸੀ। ਇਸ ਸੁਸਾਇਟੀ ਵਿੱਚ ਕਰੀਬ 13-14 ਲੱਖ ਰੁਪਏ ਦਾ ਘਪਲਾ ਹੋ ਗਿਆ ਸੀ, ਜਿਸ ਦੀ ਪਿਛਲੇ 1 ਸਾਲ ਤੋਂ ਇਨਕੁਆਇਰੀ ਚੱਲ ਰਹੀ ਸੀ। ਤਸਵੀਰਾਂ ਹੁਸ਼ਿਆਰਪੁਰ ਫਗਵਾੜਾ ਮਾਰਗ ਦੇ ਸਥਿਤ ਮੁਹੱਲਾ ਕਮਾਲਪੁਰ ਦੀਆਂ ਹਨ, ਜਿੱਥੇ ਕਿ ਘਰ ਬਾਹਰ ਖੜੇ ਇੱਕ ਬੁਲਟ ਮੋਟਰਸਾਈਕਲ ਨੂੰ 2 ਨੌਜਵਾਨਾਂ ਵੱਲੋਂ ਕੁਝ ਮਿੰਟਾਂ ਵਿੱਚ ਚੋਰੀ ਕਰ ਲਈ ਅਤੇ ਫਰਾਰ ਹੋ ਗਏ। ਨੌਜਵਾਨਾਂ ਵੱਲੋਂ ਕੀਤੀ ਚੋਰੀ ਦੀ ਵਾਰਦਾਤ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਬਹਰਹਾਲ ਪੁਲਿਸ ਜਾਂਚ ਕਰ ਰਹੀ ਹੈ। ਭਾਈ ਅਜੇ ਸਰਦਾਨਾ। ਠੀਕ ਹੈ ਜੀ, ਕੀ ਵਾਰਦਾਤ ਹੋਈ ਹੈ ਜੀ? ਭਾਈ ਵਾਰਦਾਤ ਇਹ ਹੋਈ ਹੈ ਕਿ ਮੈਂ ਰਾਤੀ ਸ਼ੌਪ ਤੋਂ ਆ ਰਿਹਾ ਸੀਗਾ, ਕੱਲ ਕਾਰ ਲੈ ਕੇ ਗਿਆ ਸ਼ੌਪ ਤੇ ਬੁਲਟ ਮੈਂ ਘਰ ਦੇ ਬਾਹਰ ਖੜੇ ਕਰ ਗਿਆ ਸੀਗਾ ਤੇ ਰਾਤੀ ਮੈਂ 8 ਵਜੇ ਮੈਂ ਪਹੁੰਚਿਆ। 8:55 ਤੇ 7:58 ਤੇ ਲੈ ਕੇ ਬੁਲਟ ਚੋਰੀ ਕਰਕੇ 5 ਮਿੰਟ ਬਾਅਦ ਹੀ ਮੈਨੂੰ ਪਤਾ ਲੱਗਾ ਕਿ ਬੁਲਟ ਮੇਰਾ ਹੈ ਨਹੀਂ ਤੇ ਮੁੜ ਕੇ ਆ ਕੇ ਆਪਾਂ ਵੀ ਕੈਮਰੇ ਕੋਲ ਸਾਰਾ ਕੁਝ ਚੈੱਕ ਕੀਤਾ ਕਿ ਬੁਲਟ ਨਹੀਂ ਲੱਭਿਆ ਭਾਜੀ। ਸਾਰੇ ਪਾਸੇ ਦੇਖਿਆ। ਮਹੱਲਾ ਕਿਹੜਾ ਭਾਜੀ? ਕਮਾਲਪੁਰ ਭਾਜੀ। ਠੀਕ ਹੈ, CCTV ਵੀ ਸਾਹਮਣੇ ਆਈ ਹੈ? ਹਾਂਜੀ CCTV ਸਾਹਮਣੇ ਹੈ, ਪਰ ਸ਼ਕਲ ਨਹੀਂ ਦਿਖ ਰਹੀ ਭਾਈ ਸਾਹਿਬ। ਕਿੰਨੇ ਉਹਦੇ ਵਿੱਚ ਨੌਜਵਾਨ ਨਜ਼ਰ ਆ ਰਹੇ ਨੇ? ਭਾਈ ਇਹ 2 ਆ, ਇੱਕ ਸਰਦਾਰ ਆ ਮੁੰਡਾ, ਇੱਕ ਮੋਨਾ ਟੋਪੀ ਪਾਈ ਆ। ਠੀਕ ਹੈ, ਕਿਹੜਾ ਮਾਡਲ ਸੀ ਬੁਲਟ? ਇਹ ਭਾਈ 2018 ਮਾਡਲ ਸਟੈਂਡਰਡ ਆ, ਬਲੈਕ ਕਲਰ। ਠੀਕ ਹੈ, ਨਿਊ ਲਿਆ ਸੀ ਤੁਸੀਂ? ਹਾਂਜੀ ਭਾਈ ਨਿਊ ਲਿਆ ਸੀਗਾ। ਪੁਲਿਸ ਨੇ ਕੰਪਲੇਂਟ ਕਰ ਦਿੱਤੀ ਹੈ? ਹਾਂਜੀ ਭਾਈ ਰਾਤੀ ਕੀਤੀ ਹੈ ਜੀ। ਤੇ ਕੀ ਕਹਿ ਰਹੇ ਹੁਣ ਪੁਲਿਸ ਵਾਲੇ? ਭਾਈ ਪੁਲਿਸ ਵਾਲੇ ਆਹੀ ਕਹਿ ਰਹੇ ਕਿ ਤੁਸੀਂ ਫੋਟੋ ਚੈੱਕ ਕਰੋ, ਕਲੀਅਰ ਸਾਡੇ ਕੋਲ ਲੈ ਕੇ ਆਓ ਫੋਟੋ ਵਗੈਰਾ, ਤੇ ਆਪਾਂ ਅੱਗੇ ਕਾਰਵਾਈ ਕਰਦੇ ਹਾਂ। ਬੀਤੇ ਦਿਨੀ ਅਮਲੋਹ ਵਿੱਚ ਹੋਏ ਇੱਕ ਔਰਤ ਦੇ ਕਤਲ ਦਾ ਮਾਮਲਾ ਅਮਲੋਹ ਪੁਲਿਸ ਨੇ ਸੁਲਝਾ ਲਿਆ ਗਿਆ। 29 ਅਗਸਤ ਨੂੰ ਹੋਏ ਔਰਤ ਦਾ ਕਤਲ ਉਸਦੇ ਪੁੱਤ ਅਤੇ ਨੂੰਹ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਨੂੰ ਅਮਲੋਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਜਾਂਚ ਦੌਰਾਨ ਜਦੋਂ ਡੂੰਘਾਈ ਨਾਲ ਹਨੀ ਗੋਇਲ ਅਤੇ ਆਰਤੀ ਗੋਇਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਇਹ ਕਤਲ ਕਬੂਲ ਕਰ ਲਿਆ। ਦੋਸ਼ੀਆਂ ਨੂੰ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ 1 ਸਤੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਇਹਦਾ ਮੁੱਦਈ ਮੁਕੱਦਮਾ ਧਰਮਵੀਰ ਗੋਇਲ, ਉਹਦੀ ਐਕਚੁਅਲੀ ਪਤਨੀ ਸੀਗੀ ਜਿਹੜੇ ਮ੍ਰਿਤਕ ਹੈਗੀ ਆ ਭੋਲੀ ਦੇ, ਤੇ ਅਸੀਂ ਉਸ ਦੇ ਬਿਆਨ ਤੇ ਅੰਡਰ ਸੈਕਸ਼ਨ 302 ਤੇ 34 IPC FIR ਨੰਬਰ 152 ਥਾਣਾ ਅਮਲੋਹ 'ਚ ਦਰਜ ਰਜਿਸਟਰ ਕਰ ਲਿਆ ਸੀਗਾ। ਜਿਹੜਾ ਉਹਦਾ ਮੁੰਡਾ ਸੀਗਾ ਉਹਨੇ ਦੱਸਿਆ ਸੀਗਾ ਵੀ 4 ਪਲਟੀਨਾ ਦੇ ਬੰਦੇ ਆਏ ਜਿਨ੍ਹਾਂ ਨੇ ਨਕਾਬ ਪਾਏ ਹੋਏ ਸੀਗੇ ਤੇ ਮੇਰੀ ਮਾਤਾ ਦਾ ਕਤਲ ਕਰ ਦਿੱਤਾ। ਪਰ ਜਦੋਂ ਅਸੀਂ ਮੌਕਾ ਬਕੂਆ ਵਾਰਦਾਤ 'ਤੇ ਗਏ, ਕੋਈ ਇਹੋ ਜਿਹਾ ਐਂਗਲ ਸਾਹਮਣੇ ਨਹੀਂ ਆਇਆ ਵੀ ਜਿਹਦੇ ਨਾਲ ਉੱਥੇ ਕੋਈ ਲੁੱਟ ਹੋਈ ਹੋਵੇ, ਕੋਈ ਖੋਹ ਹੋਈ ਹੋਵੇ। ਠੀਕ ਹੈ, ਤੇ ਇੱਕ ਲੇਡੀਜ਼ ਦਾ ਸੀਗਾ ਜਿਹੜਾ ਉਹਦੀ ਉਮਰ ਵੀ ਬਹੁਤ ਜ਼ਿਆਦਾ ਸੀ, ਜਿਸ ਕਰਕੇ ਉਹ ਦੂਸਰਾ ਐਂਗਲ ਵੀ ਕੋਈ ਸਾਹਮਣੇ ਨਹੀਂ ਆ ਰਿਹਾ ਸੀਗਾ। ਤੇ ਜਦੋਂ ਇਹ ਮੁੰਡਾ ਸਾਡੇ ਕੋਲ ਆਉਂਦਾ ਸੀਗਾ ਤੇ ਬਹੁਤ ਕੰਬਦਾ ਸੀਗਾ, ਤੇ ਸਾਨੂੰ ਜਦੋਂ ਇਸ 'ਤੇ ਸ਼ੱਕ ਸੀਗਾ ਕਿ ਇਹਦਾ ਮੁੰਡਾ ਹੀ ਇਸ 'ਚ ਇਨਵੋਲਵ ਹੋ ਸਕਦਾ ਹੈ, ਕਿਉਂਕਿ ਵਾਰਦਾਤ ਕਰਨ ਤੋਂ ਬਾਅਦ 4 ਬੰਦੇ ਪਲਟੀਨਾਂ ਦੇ ਵਾਰਦਾਤ ਕਰਕੇ ਉਸ ਗਲੀ 'ਚੋਂ ਜਾਣਾ ਬਹੁਤ ਹੀ ਨਾਮੁਮਕਿਨ ਸੀਗਾ। ਉਸ ਤੋਂ ਬਾਅਦ ਵੀ ਫਿਰ ਅਸੀਂ ਜਿਹੜੇ ਇਹਨਾਂ ਦੀ ਸੀਗੀ ਉਸਦੀ ਅਸੀਂ ਮਤਲਬ CCTV ਕੈਮਰੇ ਵਗੈਰਾ ਦੇਖੇ, ਪਰ ਕਿਸੇ ਵੀ ਇਹੋ ਜਿਹੀ ਘਟਨਾ ਨੂੰ ਮਤਲਬ ਆਇਆ ਨਹੀਂ। ਫਿਰ ਸਾਡੀ ਜਿਹੜੀ ਤਫਤੀਸ਼ ਦੇ ਅੱਗੇ ਆਇਆ ਵੀ ਇਹਦਾ ਮੁੰਡਾ ਹਨੀ ਗੋਇਲ ਤੇ ਉਹਦੀ ਘਰ ਵਾਲੀ ਆਰਤੀ, ਇਹਨਾਂ ਦੋਨਾਂ ਨੇ ਹਮ ਮਸ਼ਵਰਾ ਹੋ ਕੇ ਉਹ ਘਰ ਨੂੰ ਹਥਿਆਣ ਦੇ ਮਾਰੇ, ਜਿਹੜੇ ਘਰ 'ਚ ਰਹਿੰਦੇ ਆ ਉਹਨੂੰ ਹਥਿਆਣ ਦੇ ਮਾਰੇ ਇਹਨਾਂ ਨੇ ਆਪਣੀ ਮਾਤਾ ਦਾ ਕਤਲ ਕਰ ਦਿੱਤਾ। ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ 264 ਜ਼ਿਲ੍ਹਾ ਕੇਡਰ ਦੀ ਪਾਸਿੰਗ ਆਊਟ ਪਰੇਡ PRTC ਜਹਾਨ ਖੇਲਾਂ ਦੇ ਚਮਨ ਸਟੇਡੀਅਮ ਵਿੱਚ ਕਰਵਾਈ ਗਈ, ਜਿਸ ਵਿੱਚ ਕੁੱਲ 263 ਰਿਕਰੂਟਸ ਸਿਖਿਆਰਥੀ, ਜਿਸ ਵਿੱਚ 231 ਰਿਕਰੂਟ ਸਿਪਾਹੀ ਅਤੇ 32 ਮਹਿਲਾ ਸਿਪਾਹੀ ਸ਼ਾਮਲ ਸਨ, ਜਿਨ੍ਹਾਂ ਨੂੰ ਪਾਸ ਆਊਟ ਕੀਤਾ ਗਿਆ ਸੀ। ਸ਼੍ਰੀਮਤੀ ਸ਼ਸ਼ੀ ਪ੍ਰਭਾ ਤਵੇਦੀ IPS ਵਧੀਕ ਡਾਇਰੈਕਟਰ ਜਨਰਲ ਪੁਲਿਸ HRD ਪੰਜਾਬ ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਸਲਾਮੀ ਵੀ ਲਈ। ਮੇਰਾ ਨਾਮ ਰਕੇਸ਼ ਕੌਸ਼ਲ। ਰਕੇਸ਼ ਜੀ, ਅੱਜ DC ਸਾਹਿਬ ਨੂੰ ਮਿਲਣ ਆਏ ਸੀ, ਕੀ ਕਾਰਨ ਸੀਗਾ? DC ਸਾਹਿਬ ਨੂੰ ਅੱਜ ਹੁਸ਼ਿਆਰਪੁਰ ਮਿਲਣ ਆਏ ਸੀ ਕਿ ਕਿਉਂਕਿ ਪਿੰਡ ਮਧਵਾਣੀ 'ਚ ਜਿਹੜਾ ਪਿਛਲੇ ਕਾਫੀ ਟਾਈਮ ਤੋਂ ਧਰਨਾ ਲੱਗਿਆ ਵਾ, ਉਹਦੇ ਰਿਲੇਟਡ ਹਿਮਾਚਲ ਦੀ ਜਿੰਨੀ ਵੀ ਇੰਡਸਟਰੀ ਆ ਬੜੀ ਪਰੇਸ਼ਾਨ ਔਰ ਦੁਖੀ ਸੀ, ਔਰ ਅਸੀਂ ਓਨਰੇਬਲ ਹਾਈ ਕੋਰਟ ਵੀ ਗਏ ਥੇ। ਓਨਰੇਬਲ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਸੀ ਵੀ ਧਰਨਾ ਲਿਫਟ ਕੀਤਾ ਜਾਵੇ, ਮਗਰ ਫਿਰ ਵੀ ਉਹ ਧਰਨਾ ਲਿਫਟ ਨਹੀਂ ਹੋ ਰਿਹਾ ਥਾ। ਅੱਜ ਅਸੀਂ ਇੱਕ ਡੈਪੂਟੇਸ਼ਨ ਲੈ ਕੇ, ਉਹ 'ਚ ਪਿੰਡ ਦੇ ਲੋਕ ਵੀ ਹੈ, ਇੰਡਸਟਰੀ ਦੇ ਲੋਕ ਵੀ ਹੈ, ਅਸੀਂ DC ਹੁਸ਼ਿਆਰਪੁਰ ਨੂੰ ਮਿਲੇ ਆ ਔਰ ਮੰਗ ਪੱਤਰ ਆਪਣਾ ਦਿੱਤਾ, ਔਰ DC ਸਾਹਿਬ ਨੇ ਸਾਡੀ ਗੱਲ ਪੂਰੀ ਧਿਆਨ ਨਾਲ ਸੁਣੀ ਔਰ ਸਾਨੂੰ ਭਰੋਸਾ ਦਿੱਤਾ ਕਿ ਇਮੀਡੀਏਟਲੀ ਧਰਨਾ ਉਠਵਾਇਆ ਜਾਏਗਾ। ਕੀ ਕਾਰਨ ਹੈ ਜਿਹੜੇ ਧਰਨਾ ਲਾ ਕੇ ਬੈਠੇ, ਕੀ ਮੰਗ ਹੈ? ਧਰਨੇ ਦੇ ਪਿੱਛੇ ਬਹੁਤ ਰਾਜਨੀਤੀ ਹੈ, ਇਹਦੇ ਪਿੱਛੇ ਜਿਹੜੇ ਕੋਈ ਲੋਕ ਹੈਗੇ ਉਹਨਾਂ ਦਾ ਸਮਝ ਤੋਂ ਪਰੇ ਆ, ਉਹ ਚਾਹੁੰਦੇ ਕੀ ਹੈ, ਉਹਨਾਂ ਦਾ ਕੋਈ ਹਿਡਨ ਏਜੰਡਾ ਹੈ। ਅਦਰਵਾਈਜ਼ ਪਿੰਡ ਨੂੰ ਕੋਈ ਪਰੇਸ਼ਾਨੀ ਨਹੀਂ ਹੈ, ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਇਹ ਪਰਟੀਕੂਲਰ ਗਰੁੱਪ ਹੈ
ਜਿਹੜਾ ਇੰਡਸਟਰੀ ਨੂੰ ਵੀ ਪਰੇਸ਼ਾਨ ਕਰਨਾ ਚਾਹੁੰਦਾ ਔਰ ਇਹਨਾਂ ਦਾ ਕੋਈ ਹਿਡਨ ਏਜੰਡੇ ਦੇ ਤਹਿਤ ਕੰਮ ਕਰ ਰਿਹਾ। ਫੈਕਟਰੀ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਪੰਜਾਬ ਦੇ ਕੰਮ ਕਰਦੇ? ਕੱਲੀ ਇੱਕੋ ਫੈਕਟਰੀ ਨਹੀਂ ਹੈ, ਇਸ ਫੈਕਟਰੀ ਤਾਂ ਪੰਜਾਬ 'ਚ ਕਮ ਸੇ ਕਮ 100 ਬੰਦਾ ਹੈ, ਮਗਰ ਜਿਹੜੀ ਹਰੋਲੀ ਬਲੋਕ ਦੇ ਅੰਦਰ ਇੰਡਸਟਰੀ ਆਉਂਦੀ ਔਰ ਪੰਜਾਬ ਦਾ 2000 ਬੰਦਾ ਕੰਮ ਕਰਦਾ। ਮੇਰਾ ਨਾਮ ਓਂਕਾਰ ਸਿੰਘ ਰਾਏ ਜੀ, ਕਾਂਟੇ ਜੀ ਕਿੱਥੋਂ ਆਏ ਹੋ? ਡਿਸਟ੍ਰਿਕਟ ਨਵਾਂ ਸ਼ਹਿਰ ਜੀ। ਕੀ ਦਿੱਕਤ ਆਉਂਦੀ ਸਾਨੂੰ? ਦਿੱਕਤ ਸਾਡੇ ਕੋਲ ਹੈਗੇ ਬੇਲਰ ਜੀ, 60 ਬੇਲਰ ਹੈ ਜੀ। ਮੈਂ ਪ੍ਰਧਾਨ ਜੀ ਬੇਲਰ ਯੂਨੀਅਨ ਤੇ ਨਵਾਂ ਸ਼ਹਿਰ ਦਾ ਜੀ। ਤੇ ਸਾਨੂੰ ਪਿੰਡ ਮਧਵਾਣੀ ਜਿਹੜੇ ਟਰਾਲੀਆਂ ਸਾਡੀ ਲੰਘਣ ਨਹੀਂ ਦਿੰਦੇ ਜੀ, ਭੰਨ ਤੋੜ ਕਰਦੇ ਆ ਤੇ ਗਾਲਾਂ ਕੱਢਦੇ ਆ ਜੀ। ਇਹ ਸਮੱਸਿਆ ਸਾਡੀਆਂ ਟਰਾਲੀਆਂ ਤੋਂ ਨੰਗੀਆਂ ਜੇ ਸਾਨੂੰ ਕੋਈ ਸਮੱਸਿਆ ਨਾ ਆਵੇ ਜੀ। ਇੱਕ ਪਾਸੇ ਦਾ ਦੇਖੋ ਸਰਕਾਰ ਸਾਨੂੰ ਸਬਸਿਡੀ ਦਿੰਦੀ ਹੈ ਵੀ ਬੇਲਰ ਚਲਾਓ, ਦੂਜੇ ਪਾਸੇ ਅਸੀਂ ਦੱਸੋ ਜੀ ਕਿੱਥੇ ਵੀ ਮਾਲ ਕਿੱਥੇ ਲੈ ਕੇ ਜਾਈਏ। ਇਹ ਫੈਕਟਰੀ ਸਾਡੇ ਨਾਲ ਐਗਰੀਮੈਂਟ ਵੀ ਨਹੀਂ ਕਰਦੀ ਕਿਉਂਕਿ ਧਰਨਾ ਲੱਗਣ ਕਰਕੇ ਸਾਨੂੰ ਪ੍ਰੋਬਲਮ ਆਈ ਹੋ ਜੀ। ਜਲਦ ਤੋਂ ਜਲਦ ਧਰਨਾ ਹਟਾਇਆ ਜਾਵੇ ਜੀ ਤੇ ਸਾਡਾ ਉੱਥੇ ਮਾਲ ਲੈਣ ਦੇ ਅਸੀਂ ਯੋਗ ਹੋ ਜਾਈਏ। ਕਿੰਨਾ ਕੁ ਨੁਕਸਾਨ ਹੋ ਰਿਹਾ ਤੁਹਾਡਾ? ਨੁਕਸਾਨ ਸਾਡਾ ਬਹੁਤ ਹੋ ਜਾਏ। 60 ਬੇਲਰ ਦੇਖੋ 5000 ਬੰਦਾ ਸਾਡੇ ਨਾਲ ਕੰਮ ਕਰਦਾ ਜੀ। 5000 ਬੰਦਾ ਜੀ ਘਰ ਬਹਿ ਜਾਊਗਾ ਜੀ। 60-70 ਏਕੜ ਅਸੀਂ ਅੱਗ ਲਾਉਣ ਤੋਂ ਖੇਤ ਬਚਾਉਣੇ ਜੀ। ਇੱਕ ਪ੍ਰਦੂਸ਼ਣ 60-70 ਖੇਤ ਅਸੀਂ ਬਚਾਉਣੇ ਜੀ। 1000 ਦੋਸਤੋ, ਇਸ ਸੁਣਾਈ ਦੇ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ। ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦਿਓ। ਰੱਬ ਰਾਖਾ।